ਡਾਕਟਰ ਸਾਹਿਬ ਜਦੋਂ ਟਮੀ ਪੇਨ ਦੀ ਗੱਲ ਆਉਂਦੀ ਹੈ ਨਾ ਸਾਡੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਬੜਾ ਮਸ਼ਹੂਰ ਆ ਵੀ ਧਰਨ ਪੈ ਗਈ ਹੈ ਹਨਾ ਉਹਦਾ ਵੀ ਬੱਚਿਆਂ ਨੂੰ ਨਹੀਂ ਪੈਂਦੀ ਬੱਚਿਆਂ ਨੂੰ ਵੱਡਿਆਂ ਨੂੰ ਆਪਾਂ ਜੇ ਜਨਰਲ ਗੱਲ ਕਰੀਏ ਤਾਂ ਕੋਈ ਕਹਿ ਦਿੰਦਾ ਜੀ ਪੱਕ ਜਾਂਦੀ ਹੈ ਕਈ ਕਹਿੰਦੇ ਧਰਨ ਦਾ ਸ਼ਕਤੀਆ ਇਲਾਜ ਉਹ ਕੁਛ ਨਾ ਕੁਛ ਤੁਹਾਡੀ ਲੱਤ ਬਾਂਹ ਮਰੋੜ ਦਿੰਦੇ ਧਰਨ ਦਾ ਇਲਾਜ ਕਰਦੀ ਹੈ ਅੱਜ ਧਰਨ ਦਾ ਇਲਾਜ ਵੀ ਸੁਣ ਲਓ ਮੇਰੇ ਕੋਲੇ ਬਹੁਤ ਲੋਕ ਆਉਂਦੇ ਉਹਨਾਂ ਨੂੰ ਮੈਂ ਸਮਝਾ ਕੇ ਭੇਜਦਾ ਧਰਨ ਦਾ ਪਹਿਲਾਂ ਤਾਂ ਤੁਸੀਂ ਕਨਫਰਮ ਕਰੋ ਕਿ ਤੁਹਾਨੂੰ ਧਰਨ ਹੈ ਵੀ ਹੈ ਕਿ ਨਹੀਂ ਹੈ ਉਹ ਕਿਵੇਂ ਕਨਫਰਮ ਹੋਏਗਾ ਜੇ ਹੈ ਨਾ ਉਹਦਾ ਕਨਫਰਮੇਸ਼ਨ ਦਾ ਇੱਕ ਤਰੀਕਾ ਲੰਮੇ ਪੈ ਜਾਓ ਕਿਸੇ ਹੋਰ ਨੂੰ ਕਹੋ ਤੁਹਾਡੀ ਬੈਲੀ ਬਟਨ ਹੈ ਨਾ ਜਿਹੜਾ ਉਹਦੇ ਵਿੱਚ ਤੁਸੀਂ ਸਾਹ ਬਾਹਰ ਕੱਢੋ ਤੇ ਉਹ ਅੰਗੂਠਾ ਹੌਲੀ ਹੌਲੀ ਥੱਲੇ ਕਰੇ ਬੈਲੀ ਬਟਨ 'ਚ ਇਸ ਤਰ੍ਹਾਂ ਦਬਾ ਕੇ ਬੈਲੀ ਬਟਨ ਜਿਹਨੂੰ ਧੁੰਨੀ ਕਹਿੰਦੇ ਆਪਾਂ ਧਰਨ ਜਿੱਥੇ ਹੁੰਦੀ ਉਹਨੂੰ ਥੱਲੇ ਦਬਾਉਂਦਾ ਚਾਹੇ ਜਿੱਥੇ ਉਹਨੂੰ ਧੜਕਣ ਸੁਣਨੀ ਸ਼ੁਰੂ ਹੋ ਜਾਏ ਨਾ ਤੇ ਇਹਦਾ ਮਤਲਬ ਹੈ ਕਿ ਉਹਨੂੰ ਧਰਨ ਨਹੀਂ ਪਈ ਧਰਨ ਪੈਂਦੀ ਕਿਉਂ ਇਹ ਬਹੁਤ ਸਾਰੀ ਰੀਜ਼ਨਸ ਹੈ ਇਹਦੀਆਂ ਇੱਕ ਤੇ ਸਟਮਕ ਡਾਈਜੈਸਟਿਵ ਸਿਸਟਮ ਤੁਹਾਡਾ ਅਪਸੈਟ ਹੈ ਉਹਦੇ ਨਾਲ ਧਰਨ ਪੈਂਦੀ ਹੈ ਧਰਨ ਦੀ ਜਿਹੜੀ ਹੋਮਿਓਪੈਥਿਕ ਦੀ ਦਵਾਈ ਹੈ ਉਹ ਸਟਮਕ ਦੀ ਦਵਾਈ ਹੈ ਧਰਨ ਨੂੰ ਹੋਰ ਕੀ ਕਹਿੰਦੇ ਧਰਨ ਨੂੰ ਨਾਫ ਕਹਿੰਦੇ ਸਾਡੇ ਬੈਲੀ ਬਟਨ ਦਾ ਡਿਸਪਲੇਸ ਹੋ ਜਾਣਾ ਕਹਿੰਦੇ ਤੇ ਇਹਨੂੰ ਤੁਸੀਂ YouTube ਤੇ ਜਾ ਕੇ ਸਿੱਖੋ ਤੇ ਉਹ ਐਕਸਰਸਾਈਜ਼ਸ ਰੋਜ਼ ਕਰੋ ਉਹਦੇ ਨਾਲ ਬਹੁਤ ਫਰਕ ਪੈਂਦਾ ਤੁਸੀਂ ਸਿੱਧੇ ਖੜ ਕੇ ਆਪਣੇ ਪੈਰਾਂ ਤੇ ਝੁੱਕ ਕੇ ਹੱਥ ਲਗਾ ਲਓ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵੀ ਇੱਕ ਪਾਰਟ ਹੈ ਲੇਕਿਨ ਇਹਦੇ ਨਾਲ ਇਕੱਲੇ ਨਾਲ ਨਹੀਂ ਫਰਕ ਪੈਂਦਾ ਇਹਦਾ ਜਿਹੜਾ ਤਰੀਕਾ ਹੈ ਤੁਸੀਂ ਲੰਮੇ ਪੈ ਜਾਓ ਕੋਈ ਹੋਰ ਤੁਹਾਡੀ ਧਰਨ ਕੱਢੇ ਉਹ ਤੁਹਾਡੀ ਰਾਈਟ ਲੈਗ ਤੇ ਲੈਫਟ ਹੱਥ ਤੁਸੀਂ ਲੰਮੇ ਪਏ ਹੋ ਸਿੱਧੇ ਉਹ ਤੁਹਾਡੀ ਰਾਈਟ ਲੈਗ ਨੂੰ ਇੰਜ ਤੁਹਾਡੇ ਨਾਲ ਸੀਨੇ ਨਾਲ ਲਾਏਗਾ ਔਰ ਲੈਫਟ ਹੱਥ ਨੂੰ ਇੰਜ ਇੱਧਰ ਨੂੰ ਖਿੱਚੇਗਾ ਇਹ ਦੇਖੋ ਆਪੋਜ਼ਿਟ ਡਾਇਰੈਕਸ਼ਨ 'ਚ ਇਸ ਤਰ੍ਹਾਂ ਉਹ ਖਿੱਚੇਗਾ ਔਰ ਤੁਹਾਨੂੰ ਨੀਚੇ ਤੁਹਾਨੂੰ ਇੰਜ ਪੁਸ਼ ਕਰੇਗਾ ਪੈਰ ਨਾਲ ਆਪਣੇ ਫਿਰ ਐਵੇਂ ਰਾਈਟ ਹੱਥ ਤੇ ਲੈਫਟ ਲੈਗ ਨੂੰ ਇਸ ਤਰ੍ਹਾਂ ਕਰੋ ਫਿਰ ਉਹਨੂੰ ਪੁਸ਼ ਕਰੋ ਤਿੰਨ ਵਾਰੀ ਕਰੋ ਸਵੇਰ ਸ਼ਾਮ ਇਹ ਤੁਹਾਡੀ ਪਹਿਲੇ ਦਿਨ ਹੀ ਧਰਨ ਨਿਕਲ ਜਾਏਗੀ ਕੀ ਇਹ ਓਲੀਵ ਆਇਲ ਆਰਗੈਨਿਕ ਸੀ ਐਕਸਟਰਾ ਵਰਜਨ ਸੀ ਨਹੀਂ ਕੋਈ ਵੀ ਹੈ ਉਹ ਪੋਸੀਬਲ ਹੈ ਓਲੀਵ ਆਇਲ ਹੋਵੇ ਹੀ ਨਾ ਜਿਹੜਾ ਉਹਨਾਂ ਨੇ ਪੀਤਾ ਹੋਵੇ ਉਹਦੇ 'ਚ ਵੈਜੀਟੇਬਲ ਆਇਲ ਹੋਵੇ ਇਹਨਾਂ ਨੂੰ ਕਹੋ ਕਿ ਫ੍ਰਿਜ 'ਚ ਰੱਖ ਕੇ ਚੈੱਕ ਕਰ ਲੈਣ ਜੇ ਜੰਮ ਗਿਆ ਤੇ ਓਲੀਵ ਆਇਲ ਨਹੀਂ ਹੈ ਤੇ ਜੇ ਨਾ ਹੀ ਜੰਮਿਆ ਤੇ ਓਲੀਵ ਆਇਲ ਓਕੇ ਕੋਲੇਸਟ੍ਰੋਲ ਘਟਾਉਣ ਦੀ ਦਵਾਈ ਹੈ ਤੇ ਕੋਲੇਸਟ੍ਰੋਲ ਕਿਹਨੂੰ ਕਹਿੰਦੇ ਆ ਫੈਟਸ ਨਾਲੀਆਂ ਦੇ ਅੰਦਰ ਛਪ ਜਾਂਦਾ ਉਹਨੂੰ ਕਹਿੰਦੇ ਕੋਲੇਸਟ੍ਰੋਲ ਤੇ ਉਹਨੂੰ ਜਿਹੜੀ ਚੀਜ਼ ਐਕਸਕ੍ਰੀਟ ਕਰ ਦਿੰਦੀ ਹੈ ਇਟ ਮੀਨਸ ਕਿ ਉਹਨੂੰ ਕੱਢ ਦਿੰਦੀ ਬਾਹਰ ਫੈਟਸ ਨੂੰ ਕੱਢ ਦਿੰਦੀ ਤੇ ਜਿਹੜੀ ਫੈਟਸ ਨੂੰ ਕੱਢਦੀ ਹੈ ਫੈਟਸ ਜਦੋਂ ਬਾਹਰ ਨਿਕਲਣਗੀਆਂ ਬਾਡੀ 'ਚ ਵਜ਼ਨ ਵਧੇਗਾ ਕਿ ਘਟੇਗਾ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਡਾਕਟਰ ਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ ਤੇ ਤੁਹਾਡੇ ਸਵਾਲਾਂ ਦੇ ਜਵਾਬ ਐਡ ਕਰਦੇ ਆ ਸਾਡੇ ਕੋਲ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ ਖਾਸ ਮੁਲਾਕਾਤ ਸਾਂਝੀ ਗੱਲ ਪਰ ਫਿਰ ਵੀ ਤੁਹਾਡੇ ਇੰਨੇ ਕੁ ਜ਼ਿਆਦਾ ਸਵਾਲ ਹੁੰਦੇ ਆ ਕਿ ਉਹਨਾਂ ਦੇ ਜਵਾਬ ਦੇਣੇ ਕਈ ਵਾਰੀ ਨਾਮੁਮਕਿਨ ਹੋ ਜਾਂਦੇ ਆ ਕੋਸ਼ਿਸ਼ ਜ਼ਰੂਰ ਕਰਦੇ ਆ ਪਰ ਜੇ ਤੁਹਾਡਾ ਕੋਈ ਹੋਰ ਸਵਾਲ ਹੈ ਤਾਂ ਤੁਸੀਂ ਡਾਕਟਰ ਸਾਹਿਬ ਨੂੰ ਕੰਟੈਕਟ ਕਰ ਸਕਦੇ ਆ ਇਹਨਾਂ ਨਾਲ ਗੱਲ ਕਰ ਸਕਦੇ ਆ ਅੱਜ ਵੀ ਬਹੁਤ ਸਾਰੇ ਸਵਾਲ ਤੁਹਾਡੇ ਸਾਡੇ ਤੱਕ ਪਹੁੰਚੇ ਨੇ ਉਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਆਪਾਂ ਡਾਕਟਰ ਮੁਰਤਜ਼ਾ ਦੇ ਨਾਲ ਗੱਲਬਾਤ ਕਰਦੇ ਆ ਆਓ ਫਿਰ ਸਵਾਗਤ ਕਰਦੇ ਆ ਸਟੂਡੀਓ ਦੇ ਵਿੱਚ ਡਾਕਟਰ ਮੁਰਤਜ਼ਾ ਇਕਬਾਲ ਸੋ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਅਸਲਾਮ ਵਾਲੇਕੁਮ ਤੁਹਾਡਾ ਵੀ ਸਵਾਗਤ ਵਾਲੇਕੁਮ ਸਲਾਮ ਸੋ ਮੈਨੂੰ ਚੰਗਾ ਲੱਗਦਾ ਹੈ ਕਿ ਜਦੋਂ ਤੁਸੀਂ ਸਾਡੇ ਨਾਲ ਗੱਲ ਕਰਨ ਦੇ ਲਈ ਆਉਂਦੇ ਆ ਉਦੋਂ ਜਦੋਂ ਤੁਸੀਂ ਰੋਜ਼ੇ ਰੱਖੇ ਹੁੰਦੇ ਆ ਤੇ ਜਦੋਂ ਹੀ ਡਾਕਟਰ ਸਾਹਿਬ ਨੂੰ ਪੁੱਛੀਏ ਡਾਕਟਰ ਸਾਹਿਬ ਪਾਣੀ ਲਾਓਗੇ ਡਾਕਟਰ ਸਾਹਿਬ ਨਹੀਂ ਮੇਰੇ ਰੋਜ਼ੇ ਆ ਫਿਰ ਯਾਦ ਆ ਜਾਂਦਾ ਹੈ ਕਿ ਹਾਂ ਅੱਜ ਡਾਕਟਰ ਸਾਹਿਬ ਨੂੰ ਨਹੀਂ ਪੁੱਛਣਾ ਸੋ ਦੈਟਸ ਵਾਈ ਮੈਂ ਵੀ ਆਪਣੇ ਕੋਲ ਪਾਣੀ ਨਹੀਂ ਰੱਖਿਆ ਡਾਕਟਰ ਸਾਹਿਬ ਕੋਲ ਵੀ ਪਾਣੀ ਨਹੀਂ ਤੁਹਾਡੇ ਲਈ ਤੇ ਫੂਡ ਵੀ ਲੈ ਕੇ ਆਏ ਉਹ ਖਾਓ ਤੁਸੀਂ ਬਲਕਿ ਮੇਰੇ ਸਾਹਮਣੇ ਬਹਿ ਕੇ ਖਾਓ ਮੈਨੂੰ ਕੁਝ ਨਹੀਂ ਹੁੰਦਾ ਮਤਲਬ ਉਹ ਜੀ ਨਹੀਂ ਕਰਦਾ ਹੈਗਾ ਕਿ ਪਾਣੀ ਪੀਓ ਜ਼ਰਾ ਵੀ ਨਹੀਂ ਫਰਕ ਪੈਂਦਾ ਤੁਸੀਂ ਦੇਖੋ ਮੇਰੇ ਫੇਸ ਤੋਂ ਕਿਤੋਂ ਲੱਗ ਰਿਹਾ ਕਿ ਮੈਂ ਰੋਜ਼ਾ ਰੱਖਿਆ ਨਹੀਂ ਨਾ ਲੱਗਦਾ ਐਕਟਿਵ ਜਿਹੜਾ ਉਹ ਹੋ ਜਾਂਦਾ ਕਿਵੇਂ ਚੱਲ ਰਹੇ ਜੀ ਰੋਜ਼ੇ ਬਸ ਰਹਿ ਗਏ 7 ਰਹਿ ਗਏ ਫਿਰ ਖਿਆਲ ਜੀ ਗਿਣਦਾ ਹੀ ਨਹੀਂ ਮੈਂ ਪਹਿਲਾਂ ਜਿਹੜੇ 10 ਦਿਨ ਹੁੰਦੇ ਆ ਉਹ ਬੜੇ ਸਲੋ ਚੱਲਦੇ ਆ ਉਹ ਨਵਾਂ ਹੋਇਆ ਹੁੰਦਾ ਨਾ ਸ਼ੁਰੂ ਕੰਮ ਤੇ ਸਲੋ ਫੀਲ ਹੁੰਦਾ ਸੌਰੀ ਤੇਜ਼ ਫੀਲ ਹੁੰਦਾ ਪਹਿਲੇ 10 ਦਿਨ ਨਵਾਂ ਸ਼ੁਰੂ ਹੁੰਦਾ ਨਾ ਜਿਹੜੇ ਦਰਮਿਆਨ ਵਾਲੇ 10 ਦਿਨ ਹੁੰਦੇ ਆ ਉਹ ਜ਼ਰਾ ਔਖੇ ਹੁੰਦੇ ਆ ਥੋੜੇ ਜਿਹੇ ਉਦੋਂ ਆ ਕੇ એનર્ਜੀ ਮੁੱਕ ਜਾਂਦੀ ਜਿਹੜੇ ਆਖਰੀ 10 ਦਿਨ ਹੁੰਦੇ ਉਦੋਂ ਉਹ ਖੁਸ਼ੀ ਹੋ ਰਹੀ ਹੁੰਦੀ ਹੈ ਕਿ ਉਹ ਅੱਗੋਂ ਈਦ ਆ ਰਹੀ ਹੈ ਤੇ ਉਹ ਵੀ ਤੇਜ਼ ਚੱਲਦੇ ਤੇ ਹੁਣ ਬਸ ਅੱਜ ਮੇਰੇ ਖਿਆਲ ਰਹਿ ਗਏ 6-7 ਈਦ ਦੀ ਖੁਸ਼ੀ ਹੁੰਦੀ ਹੈ ਬੱਚਿਆਂ ਨੂੰ ਈਦੀ ਮਿਲਣ ਦੀ ਖੁਸ਼ੀ ਹੁੰਦੀ ਹੈ ਸੋ ਬੜਾ ਚੰਗਾ ਲੱਗਦਾ ਹੈ ਕਿ ਨਵੇਂ ਕੱਪੜੇ ਇੱਥੋਂ ਵੀ ਮੈਂ ਉੱਥੇ ਭਾਂਜਿਆਂ ਨੂੰ ਸਾਰਿਆਂ ਨੂੰ ਈਦ ਭੇਜਦਾ ਸਿਸਟਰਾਂ ਨੂੰ ਭਾਈ ਨੂੰ ਸਾਰਿਆਂ ਨੂੰ ਮਦਰ ਫਾਦਰ ਤੁਹਾਨੂੰ ਮਿਲਦੀ ਮੈਨੂੰ ਫਾਦਰ ਦਿੰਦੇ ਬਸ
ਉਹੀ ਮੈਂ ਪੁੱਛਦੀ ਸਾਂ ਮਦਰ ਫਾਦਰ ਪਿਛਲੇ ਸਾਲ ਮੈਂ ਉੱਥੇ ਸੀ ਤੇ ਉਹਨਾਂ ਨੇ ਸਾਰਿਆਂ ਨੂੰ ਈਦ ਦੇਤੀ ਤੇ ਮੈਨੂੰ ਨਾ ਦਿੱਤੀ ਨਾ, ਤੇ ਉਹਨੇ ਕਿਹਾ ਇੱਕ ਮੰਨਦਾ ਇਹਨੂੰ ਕੀ ਦੇਣੀ। ਮੈਂ ਹੁਣ ਉਹਨਾਂ ਵੱਲ ਦੇਖ ਰਿਹਾ, ਮੈਂ ਕਿਹਾ ਜੀ ਤੁਸੀਂ ਸਾਰਿਆਂ ਨੂੰ ਈਦ ਦਿੱਤੀ ਹੈ ਤੇ ਮੈਨੂੰ, ਕਹਿੰਦੇ ਅੱਛਾ ਤੂੰ ਵੀ ਲੈਣੀ ਹੈ। ਮੈਂ ਕਿਹਾ ਜੀ ਹਰ ਸਾਲ ਦਿੰਦੇ ਤੇ ਹੁਣ ਇਸ ਵਾਰੀ ਕੀ ਹੋਇਆ। ਕਹਿੰਦਾ ਮੈਂ ਕਿਹਾ ਤੂੰ ਬਹੁਤ ਅਮੀਰ ਹੋ ਗਿਆ ਕਿਤੇ। ਮੈਂ ਕਿਹਾ ਜੀ ਇਹ ਜਿਹੜਾ 2-4 ਹਜ਼ਾਰ ਹੈ ਨਾ ਇਹ ਬੜਾ ਕੀਮਤੀ ਆ, ਇਹ ਜਿੰਨਾ ਮਰਜ਼ੀ ਬੰਦਾ ਜਿੱਥੇ ਮਰਜ਼ੀ ਪਹੁੰਚ ਜੇ, ਇਹ ਜਿਹੜੀ ਤੁਸੀਂ ਸਾਰਿਆਂ ਨੂੰ ਦਿੱਤੀ ਮੈਨੂੰ ਵੀ ਦਿਓ। ਕਹਿੰਦੇ ਨਾ ਬੇਸ਼ਕੀਮਤੀ, ਉਹ ਬੇਸ਼ਕੀਮਤੀ ਖਜ਼ਾਨਾ ਹੋ ਜਾਂਦਾ ਜਿਹੜੀ ਇਹ ਚੀਜ਼ ਸਾਨੂੰ ਸਾਡੇ ਵੱਡਿਆਂ ਤੋਂ ਮਿਲਦੀ ਹੈਗੀ ਹੈ। ਸੋ ਈਦ ਬੜੀ ਇੰਪੋਰਟੈਂਟ ਹੁੰਦੀ ਹੈ ਤੇ ਈਦ ਜਿਹੜੀ ਆ ਉਹ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਆ ਤੇ ਅਸੀਂ ਉਹਨਾਂ ਦੀ ਗੱਲਬਾਤ ਜਿਹੜੀ ਹੈ ਸਾਰੇ ਪ੍ਰੋਗਰਾਮਸ ਦੇ ਵਿੱਚ ਕਰਦੇ ਰਵਾਂਗੇ। ਪਰ ਡਾਕਟਰ ਸਾਹਿਬ ਤੁਹਾਡੇ ਤੱਕ ਸਵਾਲ ਜਿਹੜੇ ਆ ਉਹ ਪਹੁੰਚਦੇ ਆ, ਬੜੇ ਸਵਾਲ ਪਹੁੰਚਦੇ ਆ ਤੇ ਈਦ ਵਾਲੇ ਦਿਨਾਂ ਦੇ ਵਿੱਚ ਵੀ ਸਵਾਲ ਜਿਹੜੇ ਆ ਉਹ ਇਸ ਤਰ੍ਹਾਂ ਦੇ ਆਉਂਦੇ ਆ ਕਿ ਕਿਸ ਤਰ੍ਹਾਂ ਦੀ ਈਦ ਲੰਗੀ, ਕਿਉਂਕਿ ਮੈਂ ਦੇਖ ਰਹੀ ਸੀ ਕਮੈਂਟਸ ਪੜ੍ਹ ਰਹੀ ਸੀ ਜਾਂ ਕਈ ਵਾਰੀ ਪ੍ਰੋਗਰਾਮ ਪਿਛਲੇ ਦੇਖਣ ਦਾ ਮੌਕਾ ਮਿਲ ਜਾਂਦਾ ਜਾਂ ਕਈ ਵਾਰੀ ਸਾਡੇ ਨੰਬਰ ਦੇ ਉੱਤੇ ਜਿਹੜੇ ਮੈਸੇਜ ਆ ਜਾਂਦੇ ਆ, ਈਮੇਲਸ ਆ ਜਾਂਦੀਆਂ ਨੇ, ਉਹਨਾਂ ਦੇ ਵਿੱਚ ਬਹੁਤ ਸਾਰੇ ਇਹ ਵੀ ਕਹਿ ਰਹੇ ਸੀਗੇ ਕਿ ਤੁਹਾਨੂੰ ਈਦ ਮੁਬਾਰਕ ਜਿਹੜੀ ਆ ਪਹਿਲਾਂ ਹੀ ਕਹਿ ਰਹੇ ਹਾਂ ਅਸੀਂ, ਆਲਰੇਡੀ ਕਹਿ ਰਹੇ ਹਾਂ, ਰੋਜ਼ੇ ਤੁਹਾਡੇ ਵਧੀਆ ਜਾਣ, ਰੋਜ਼ੇ ਤੁਹਾਡੇ ਵਧੀਆ ਜਾਣ। ਸੋ ਇਸ ਤਰ੍ਹਾਂ ਦੀ ਬੈਸਟ ਵਿਸ਼ੇਸ ਦੇ ਨਾਲ ਤਾਂ ਕਾਲਮ ਭਰੇ ਹੀ ਹੁੰਦੇ ਆ ਤੇ ਫਿਰ ਉਸ ਤੋਂ ਬਾਅਦ ਕੁਐਸਚਨ ਵੀ ਲੱਭ ਜਾਂਦੇ ਆ। ਕੁਐਸਚਨਸ ਦੇ ਨਾਲ ਆਪਾਂ ਗੱਲਾਂ ਬਾਤਾਂ ਵੀ ਕਰਦੇ ਰਵਾਂਗੇ, ਪਹਿਲੇ ਸਵਾਲ ਤੇ ਗੱਲ ਕਰ ਲੈਂਦੇ ਆ। ਸੋ ਇਹ ਜੀ ਪੰਜਾਬ ਤੋਂ ਆਇਆ ਜੀ ਸਵਾਲ, ਕਹਿੰਦੇ ਮੇਰਾ ਬੇਟਾ 12 ਸਾਲ ਦਾ, ਕਹਿੰਦੇ ਟਮੀ ਉਹਦੀ ਪੇਨ ਕਰਨ ਲੱਗ ਜਾਂਦੀ ਹੈ, ਟਮੀ 'ਚ ਪੇਨ ਹੋਣ ਲੱਗ ਜਾਂਦੀ ਹੈ, ਮਸਲ ਵੀਕ ਦੱਸਿਆ ਡਾਕਟਰ ਨੇ ਤੇ ਉਹਨਾਂ ਨੇ ਕਿਹਾ ਕਿ ਮੈਡੀਸਨ ਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਤੇ ਨਮਕੀਨ ਚੀਜ਼ ਖਾਣ ਨਾਲ ਪੇਨ ਜ਼ਿਆਦਾ ਹੋਣ ਲੱਗ ਜਾਂਦੀ ਹੈ, ਕੀ ਕਾਰਨ ਹੋ ਸਕਦਾ? R5 ਇੱਕ ਮੈਡੀਸਨ ਹੈ, ਨਾਮ ਨੋਟ ਕਰ ਲਓ ਮੈਡੀਸਨਸ ਦੇ, 2-3 ਮੈਡੀਸਨ ਮੈਂ ਦੱਸਣ ਲੱਗਾ। R5 ਲੈ ਕੇ ਉਹਦੇ 12 ਸਾਲ ਏਜ ਹੈ, ਉਹਨੂੰ 6 ਡ੍ਰੌਪਸ ਸਵੇਰ ਦੁਪਹਿਰ ਸ਼ਾਮ ਇੰਨੇ ਕੁ ਪਾਣੀ 'ਚ ਪਾ ਕੇ ਦਿਓ ਰੋਜ਼ਾਨਾ, ਜਦੋਂ ਵੀ ਖਾਣਾ ਖਾ ਲਵੇ ਉਦੋਂ ਦੇ ਦੇ, ਔਰ ਉਸ ਤੋਂ 15 ਮਿੰਟ ਬਾਅਦ ਦੁਬਾਰਾ ਦੇ ਦੇ, ਯਾਨੀ 2 ਵਾਰੀ ਦੇਣੇ ਸਵੇਰ, 2 ਵਾਰੀ ਦੁਪਹਿਰ, 2 ਵਾਰੀ ਸ਼ਾਮ, 15-15 ਮਿੰਟ ਦੇ ਵਕਫੇ ਨਾਲ 5-5 ਡ੍ਰੌਪ ਦੇ ਦਿਓ, 6 ਦੇ ਦਿਓ, ਇਟਸ ਆਲ ਰਾਈਟ। R5 ਨੰਬਰ 2 ਜਿਹੜੀ ਪੇਨ ਦੀ ਬੈਸਟ ਦਵਾਈ ਹੈ ਹੋਮਿਓਪੈਥਿਕ 'ਚ, ਉਹ ਨੋਟ ਕਰ ਲਓ, ਤੁਹਾਨੂੰ ਕਿਤੇ ਵੀ ਪੇਨ ਹੋਵੇ ਬਾਡੀ 'ਚ ਤੁਸੀਂ ਨੋਟ ਕਰ ਲਓ। ਉਹਦੇ ਵੱਡਿਆਂ ਨੂੰ 5 ਡ੍ਰੌਪਸ ਔਰ ਬੱਚਿਆਂ ਨੂੰ 2 ਡ੍ਰੌਪਸ। ਉਹਦਾ ਨਾਮ ਹੈ ਕੋਲੋਸੈਂਥਿਸ, COCHOLOCYNTHIS 200। ਇਹ ਇਸ ਬੱਚੇ ਨੂੰ 2 ਡ੍ਰੌਪਸ ਜਦੋਂ ਪੇਨ ਹੋਵੇ ਇੱਕ ਵਾਰੀ ਦਿਨ 'ਚ ਦੇ ਦਿੱਤੇ ਇਹਨੂੰ। ਔਰ ਇਹਦੀਆਂ ਜਿੰਨੀਆਂ ਵੀ ਜੰਕ ਫੂਡਸ ਆ ਉਹ ਬੰਦ ਕਰਾਓ, ਔਰ ਇਹਦਾ ਇੱਕ ਟੈਸਟ ਕਰਾਓ ਤੁਸੀਂ ਜਿਹਦਾ ਨਾਮ ਹੈ H. pylori। ਇਹ ਹੈਲੀਕੋਬੈਕਟਰ ਇੱਕ ਬੈਕਟੀਰੀਆ ਹੁੰਦਾ, ਉਹਨੂੰ ਹੈਲੀਕੋਬੈਕਟਰ ਦਾ ਆਪਾਂ H ਲੈਂਦੇ ਹਾਂ ਤੇ ਪਾਇਲੋਰੀ ਉਹਦਾ ਨਾਮ ਹੈ H. pylori, ਹੈਲੀਕੋਬੈਕਟਰ ਪਾਇਲੋਰੀ। ਇਸ ਬੈਕਟੀਰੀਆ ਦਾ ਟੈਸਟ ਕਰਾਓ ਤੁਸੀਂ। ਇਹ ਟੈਸਟ ਇਹਦੇ ਤੋਂ ਵੀ ਸਪਿਟ ਤੋਂ ਵੀ ਹੋ ਜਾਂਦਾ, ਇਹ ਟੈਸਟ ਬਲੱਡ ਤੋਂ ਵੀ ਹੋ ਜਾਂਦਾ। ਤੁਸੀਂ ਬੈਟਰ ਹੈ ਉਹਦਾ ਬਲੱਡ ਤੋਂ ਟੈਸਟ ਕਰਾਓ H. pylori ਦਾ ਕਿ ਉਹਦੇ ਅੰਦਰ ਉਹ ਬੈਕਟੀਰੀਆ ਤਾਂ ਨਹੀਂ ਹੈਗਾ ਕਿਤੇ। ਅਗਰ ਉਹ ਬੈਕਟੀਰੀਆ ਤੇ ਫਿਰ ਉਹਨੂੰ ਹੋਰ ਦਵਾਈ ਦੇਵਾਂਗੇ, ਲੇਕਿਨ ਅਗਰ ਉਹਨੂੰ ਨਾਰਮਲ ਫੂਡ ਦੀ, ਜੰਕ ਫੂਡ ਦੀ ਪੇਨ ਹੈ, ਉਹਨੂੰ ਜਸਟ ਡੇਲੀ ਖਾਣ ਦੇ ਪ੍ਰੋਬਲਮਸ ਆ, ਅਕਸਰ ਬੱਚੇ ਆਪਣੇ ਫਜ਼ੂਲ ਚੀਜ਼ਾਂ ਖਾਂਦੇ ਰਹਿੰਦੇ ਨੇ, ਕੈਂਡੀਆਂ ਖਾ ਲਈਆਂ, ਚੋਕਲੇਟਸ ਖਾ ਲਏ, ਜ਼ਿਆਦਾ ਚੋਕਲੇਟ ਖਾਣ ਵਾਲਿਆਂ ਨੂੰ ਵੀ ਸਟਮਕ ਪੇਨ ਹੁੰਦੀ ਹੈ। ਫਿਰ ਜ਼ਿਆਦਾ ਮਿਰਚਾਂ ਖਾਣ ਵਾਲੇ ਬੱਚਿਆਂ ਨੂੰ ਵੀ ਸਟਮਕ ਪੇਨ ਹੁੰਦੀ ਹੈ। ਮਿਰਚਾਂ ਨਹੀਂ ਹੋਣੀਆਂ ਚਾਹੀਦੀਆਂ ਜ਼ਿਆਦਾ ਨਾ, ਲਾਲ ਮਿਰਚਾਂ, ਹਰੀਆਂ ਮਿਰਚਾਂ ਖਾਣ ਵਾਲਿਆਂ ਨੂੰ, ਅਚਾਰ ਖਾਣ ਵਾਲਿਆਂ ਨੂੰ ਸਟਮਕ ਪੇਨ ਹੁੰਦੀ ਹੈ ਅਕਸਰ। ਬਰਗਰਸ ਆਪਾਂ ਬਾਹਰੋਂ ਖਾਂਦੇ ਜਿਹੜੇ, ਇਹਦੇ 'ਚ ਪਤਾ ਨਹੀਂ ਤੁਹਾਨੂੰ ਕਿਹੜੇ ਕਿਹੜੇ ਬੈਕਟੀਰੀਆ ਸ਼ਾਮਲ ਨੇ। ਜਿਹੜੇ ਪਿੱਜ਼ੇ ਬਾਹਰੋਂ ਮੰਗਾ ਕੇ ਖਾਂਦੇ ਆ, ਇਹ ਖਾਸ ਤੌਰ 'ਤੇ ਸਲੈਂਟੀਆਂ ਔਰ ਜਿਹੜੀਆਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਪੈਕਟਾਂ 'ਚ ਮਿਲਦੀਆਂ ਬੱਚਿਆਂ ਦੇ ਖਾਣ ਵਾਲੀਆਂ, ਉਹ ਜਦੋਂ ਖਾਂਦੇ ਨੇ ਨਾ ਬੱਚੇ, ਉਹਨਾਂ ਦੇ ਡੈਫੀਨੇਟਲੀ ਅੰਦਰ ਕੋਈ ਬੈਕਟੀਰੀਆ ਚਲਾ ਜਾਂਦਾ। ਤੇ ਇਹਦੀ ਸਟਮਕ ਦੀ ਸਭ ਤੋਂ ਅੱਛੀ ਦਵਾਈ ਹੈ R5। ਜਿਹਨੂੰ ਸਟਮਕ ਦਾ ਇਸ਼ੂ ਹੈ ਉਹ ਲੈ ਲੈਣ, ਵੱਡੇ 10 ਡ੍ਰੌਪ, ਛੋਟੇ 5 ਡ੍ਰੌਪ। ਤੇ ਕੋਲੋਸੈਂਥਿਸ ਜਿਹੜੀ ਆਪਾਂ ਦੱਸੀ ਹੈ, ਇਹ ਹੈਗੀ ਹੈ ਪੇਨ ਕਿਲਰ ਹੋਮਿਓਪੈਥਿਕ ਦੀ, ਬਗੈਰ ਕਿਸੇ ਸਾਈਡ ਇਫੈਕਟ ਤੋਂ, ਕੋਈ ਸਾਈਡ ਇਫੈਕਟ ਨਹੀਂ ਹੈਗਾ। ਅਗਰ ਤੁਹਾਡੇ ਪੇਨ ਟੰਮੀ 'ਚ ਹੋ ਰਹੀ ਹੈ ਤੇ ਦੀ ਬੈਸਟ ਰਿਜ਼ਲਟ ਹੈ। ਅਗਰ ਵੈਸੇ ਕਿਤੇ ਪੇਨ ਹੋ ਰਹੀ ਹੈ ਤੇ ਇਹਦਾ ਥੋੜ੍ਹਾ ਘੱਟ ਰਿਜ਼ਲਟ ਆ। ਉਹਦੇ ਲਈ ਫਿਰ ਡੈਫੀਨੇਟਲੀ ਜਦੋਂ ਤੁਹਾਡੇ ਜਿੱਥੇ ਪੇਨ ਹੋ ਰਹੀ ਆ ਉਹਦੀ ਦਵਾਈ ਨਾਲ ਐਡ ਕੀਤੀ ਜਾਂਦੀ ਹੈ। ਡਾਕਟਰ ਸਾਹਿਬ ਜਦੋਂ ਟਮੀ ਪੇਨ ਦੀ ਗੱਲ ਆਉਂਦੀ ਹੈ ਨਾ, ਸਾਡੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਉਹ ਬੜਾ ਮਸ਼ਹੂਰ ਆ ਵੀ ਧਰਨ ਪੈ ਗਈ ਹੈ ਹਨਾ। ਉਹਦਾ ਵੀ ਬੱਚਿਆਂ ਨੂੰ ਨਹੀਂ ਪੈਂਦੀ, ਬੱਚਿਆਂ ਨੂੰ, ਵੱਡਿਆਂ ਨੂੰ। ਆਪਾਂ ਜੇ ਜਨਰਲ ਗੱਲ ਕਰੀਏ ਤਾਂ ਕੋਈ ਕਹਿ ਦਿੰਦਾ ਜੀ ਪੱਕ ਜਾਂਦੀ ਹੈ, ਕਈ ਕਹਿੰਦੇ ਧਰਨ ਦਾ ਸ਼ਕਤੀਆ ਇਲਾਜ, ਉਹ ਕੁਛ ਨਾ ਕੁਛ ਤੁਹਾਡੀ ਲੱਤ ਬਾਂਹ ਮਰੋੜ ਦਿੰਦੇ। ਧਰਨ ਦਾ ਇਲਾਜ ਕਰਦੀ ਹੈ ਅੱਜ ਧਰਨ ਦਾ ਇਲਾਜ ਵੀ ਸੁਣ ਲਓ। ਮੇਰੇ ਕੋਲੇ ਬਹੁਤ ਲੋਕ ਆਉਂਦੇ, ਉਹਨਾਂ ਨੂੰ ਮੈਂ ਸਮਝਾ ਕੇ ਭੇਜਦਾ।
ਧਰਨ ਦਾ ਪਹਿਲਾਂ ਤੇ ਤੁਸੀਂ ਕਨਫਰਮ ਕਰੋ ਕਿ ਤੁਹਾਨੂੰ ਧਰਨ ਹੈ ਵੀ ਹੈ ਕਿ ਨਹੀਂ ਹੈ। ਉਹ ਕਿਵੇਂ ਕਨਫਰਮ ਹੋਏਗਾ? ਜੇ ਹੈ ਨਾ, ਉਹਦਾ ਕਨਫਰਮੇਸ਼ਨ ਦਾ ਇੱਕ ਤਰੀਕਾ, ਲੰਮੇ ਪੈ ਜਾਓ, ਕਿਸੇ ਹੋਰ ਨੂੰ ਕਹੋ ਤੁਹਾਡੀ ਬੈਲੀ ਬਟਨ ਹੈ ਨਾ ਜਿਹੜਾ, ਉਹਦੇ ਵਿੱਚ ਤੁਸੀਂ ਸਾਹ ਬਾਹਰ ਕੱਢੋ ਤੇ ਉਹ ਅੰਗੂਠਾ ਹੌਲੀ ਹੌਲੀ ਥੱਲੇ ਕਰੇ ਬੈਲੀ ਬਟਨ 'ਚ, ਇਸ ਤਰ੍ਹਾਂ ਦਬਾ ਕੇ ਬੈਲੀ ਬਟਨ 'ਚ, ਜਿਹਨੂੰ ਧੁੰਨੀ ਕਹਿੰਦੇ ਆਪਾਂ, ਧਰਨ ਜਿੱਥੇ ਹੁੰਦੀ, ਉਹਨੂੰ ਥੱਲੇ ਦਬਾਉਂਦਾ ਚਾਹੇ ਜਿੱਥੇ ਉਹਨੂੰ ਧੜਕਣ ਸੁਣਨੀ ਸ਼ੁਰੂ ਹੋ ਜਾਏ ਨਾ, ਤੇ ਇਹਦਾ ਮਤਲਬ ਹੈ ਕਿ ਉਹਨੂੰ ਧਰਨ ਨਹੀਂ ਪਈ। ਜੇ ਉਹ ਧਰਨ ਉਹਦੇ ਥੱਲੇ ਬਿਲਕੁਲ ਜੀ ਬੈਲੀ ਬਟਨ ਦੇ ਥੱਲੇ, ਹਾਂ, ਜੇ ਉਹਨੂੰ ਧੜਕਣ ਫੀਲ ਹੋਣੀ ਸ਼ੁਰੂ ਹੋ ਜਾਏ, ਉਹ ਕਹੇ ਕਿ ਮੈਨੂੰ ਇੱਧਰ ਫੀਲ ਹੋਣੀ ਸ਼ੁਰੂ ਹੋ ਗਈ, ਇੱਧਰ ਹੋ ਗਈ ਸਟਮਕ 'ਚ ਕਿਤੇ, ਤੇ ਇਹਦਾ ਮਤਲਬ ਹੈ ਧਰਨ ਤੁਹਾਡੀ ਉੱਧਰ ਗਈ ਹੋਈ ਹੈ। ਧਰਨ ਪੈਂਦੀ ਕਿਉਂ? ਇਹ ਬਹੁਤ ਸਾਰੀ ਰੀਜ਼ਨਸ ਹੈ ਇਹਦੀਆਂ। ਇੱਕ ਤੇ ਸਟਮਕ ਡਾਈਜੈਸਟਿਵ ਸਿਸਟਮ ਤੁਹਾਡਾ ਅਪਸੈਟ ਹੈ, ਉਹਦੇ ਨਾਲ ਧਰਨ ਪੈਂਦੀ ਹੈ। ਧਰਨ ਦੀ ਜਿਹੜੀ ਹੋਮਿਓਪੈਥਿਕ ਦੀ ਦਵਾਈ ਹੈ ਉਹ ਸਟਮਕ ਦੀ ਦਵਾਈ ਹੈ ਐਕਚੁਅਲੀ। ਕਾਰਬੋਵੈਜ 200 ਇਹ ਦਵਾਈ ਹੈ ਹੋਮਿਓਪੈਥਿਕ 'ਚ ਧਰਨ ਪੈਣ ਦੀ, ਕਾਰਬੋਵੈਜ 200। ਓਕੇ, ਇਹਦੇ 5 ਡ੍ਰੌਪਸ ਰੋਜ਼ ਇੱਕ ਵਾਰੀ ਲੈਣ ਵਾਲੇ ਬੰਦੇ ਨੂੰ ਨਾ ਧਰਨ ਪੈਂਦੀ ਹੈ, ਨਾ ਨੋਜ਼ ਬਲੀਡ ਹੁੰਦੀ ਹੈ ਜੀ। ਨੋਜ਼ ਬਲੀਡ ਦੀ ਵੀ ਕਾਰਬੋਵੈਜ ਦਵਾਈ ਹੈ। ਤੇ ਦੂਸਰਾ, ਅਗਰ ਖਾਣਾ ਖੁਣਾ ਖਾ ਲਿਆ ਤੁਸੀਂ ਤੇ ਤੁਸੀਂ ਕੋਈ ਭਾਰ ਚੱਕਿਆ, ਤੁਸੀਂ ਕੋਈ ਬਾਲਟੀ ਚੱਕ ਲਈ, ਕੋਈ ਡੱਬਾ ਚੱਕ ਲਿਆ ਵੱਡਾ, ਕੋਈ ਹੈਵੀ ਮਟੀਰੀਅਲ ਚੱਕਿਆ ਤੁਸੀਂ, ਜਾਂ ਖਾਣਾ ਨਾ ਵੀ ਖਾ ਕੇ ਜਿਹਦੇ ਮਸਲਸ ਵੀਕ ਹੈ ਸਟਮਕ ਦੇ, ਉਹ ਕੋਈ ਹੈਵੀ ਚੀਜ਼ ਚੱਕ ਲੈ ਤੇ ਉਹਨੂੰ ਧਰਨ ਪੈ ਜਾਂਦੀ। ਉਹ ਇੰਜ ਹੋ ਜਾਏਗਾ ਨਾ, ਸਟ੍ਰੈਚ ਹੋ ਜਾਏਗਾ ਮਸਲਸ। ਜਦੋਂ ਇੰਜ ਹੋਣਗੇ ਤੇ ਚੀਜ਼ਾਂ ਹਿਲ ਜਾਣਗੀਆਂ ਆਪਣੀ ਜਗ੍ਹਾ ਤੋਂ, ਇਹਨੂੰ ਕਹਿੰਦੇ ਨੇ ਧਰਨ ਪੈ ਗਈ। ਇਹ ਐਲੋਪੈਥਿਕ ਫਾਰਮਾਸਿਊਟੀਕਲਸ ਤੇ ਮੰਨਦੇ ਹੀ ਨਹੀਂ ਨਾ ਕਿ ਧਰਨ ਕੋਈ ਦੁਨੀਆ ਤੇ ਚੀਜ਼ ਹੁੰਦੀ ਹੈ। ਐਕਚੁਅਲੀ ਇਹ ਹੁੰਦੀ ਹੈ। ਇੱਕ ਤੇ ਇਹਦਾ ਇਹ ਤਰੀਕਾ ਹੈ ਚੈੱਕ ਕਰਨ ਦਾ, ਲੰਮੇ ਪੈ ਕੇ ਤੁਸੀਂ ਇਹ ਕਰ ਲਓ, ਬੈਸਟ ਇਹੀ ਹੈ। ਜਦੋਂ ਤੁਹਾਨੂੰ ਪਤਾ ਲੱਗ ਜਾਏਗਾ ਕਿੱਥੇ ਆ ਪਹੁੰਚੀ ਹੋਈ, ਫਿਰ ਉਹਨੂੰ ਕੱਢਣ ਦਾ ਵੀ ਤਰੀਕਾ ਹੈ। ਇੱਕ ਤੇ ਮੈਂ ਦਵਾਈ ਜਿਹੜੀ ਦੱਸੀ ਕਾਰਬੋਵੈਜ 200 ਇਹ ਲਵੋ ਰੋਜ਼ਾਨਾ 5 ਡ੍ਰੌਪਸ, ਲੌਂਗਰ ਪੀਰੀਅਡ ਲਈ ਲੈਂਦੇ ਰਹੋ। ਜੇ ਤੁਹਾਨੂੰ ਅਕਸਰ ਪੈ ਜਾਂਦੀ ਹੈ, ਜਦੋਂ ਤੁਸੀਂ ਧਰਨ ਕਢਾਈ ਹੈ ਕਿਸੇ ਕੋਲੋਂ, 2-4 ਦਿਨਾਂ ਬਾਅਦ ਫੇਰ ਕਢਾਓ, ਹਫਤੇ ਬਾਅਦ ਫੇਰ ਕਢਾਓ, ਭਾਵੇਂ ਨਹੀਂ ਪਈ ਫੇਰ ਜਾਓ ਉਹਦੇ ਕੋਲੇ, ਮਹੀਨੇ ਬਾਅਦ ਫਿਰ ਹਰ ਮਹੀਨੇ ਕਢਾਉਂਦੇ ਰਹੋ, ਨਾਲ ਦਵਾਈ ਖਾਂਦੇ ਰਹੋ, ਤੇ ਧਰਨ ਮੁੱਕ ਜਾਏਗੀ ਸਾਰੀ ਉਮਰ ਲਈ। ਔਰ ਇਹਦਾ ਕੱਢਣ ਦਾ ਜਿਹੜਾ ਤਰੀਕਾ ਹੈ ਉਹ ਇਹ ਹੈ, ਜਾਂ ਤੇ ਤੁਸੀਂ, ਤੁਹਾਨੂੰ ਮੇਰੇ ਦੱਸਿਆ 'ਚ ਸ਼ਾਇਦ ਤੇ ਸਮਝ ਨਹੀਂ ਆਏਗੀ, ਤੁਸੀਂ YouTube ਤੇ ਜਾਓ, ਉੱਥੇ ਲਿਖੋ ਧਰਨ ਕੱਢਣ ਦੀ ਐਕਸਰਸਾਈਜ਼ਸ, ਉਹ YouTube ਤੋਂ ਤੁਸੀਂ ਸਿੱਖ ਲਓ। ਹੋਰ ਕੀ ਕਹਿੰਦੇ? ਧਰਨ ਨੂੰ ਨਾਫ ਕਹਿੰਦੇ ਸਾਡੇ, ਬੈਲੀ ਬਟਨ ਦਾ ਡਿਸਪਲੇਸ ਹੋ ਜਾਣਾ ਕਹਿੰਦੇ। ਤੇ ਇਹਨੂੰ ਤੁਸੀਂ YouTube ਤੇ ਜਾਂ ਤਾਂ ਜਾ ਕੇ ਸਿੱਖੋ, ਤੇ ਉਹ ਐਕਸਰਸਾਈਜ਼ਸ ਰੋਜ਼ ਕਰੋ, ਉਹਦੇ ਨਾਲ ਬਹੁਤ ਫਰਕ ਪੈਂਦਾ। ਤੁਸੀਂ ਸਿੱਧੇ ਖੜ ਕੇ ਆਪਣੇ ਪੈਰਾਂ ਤੇ ਝੁੱਕ ਕੇ ਹੱਥ ਲਗਾ ਲਓ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵੀ ਇੱਕ ਪਾਰਟ ਹੈ, ਲੇਕਿਨ ਇਹਦੇ ਨਾਲ ਇਕੱਲੇ ਨਾਲ ਨਹੀਂ ਫਰਕ ਪੈਂਦਾ। ਇਹਦਾ ਜਿਹੜਾ ਤਰੀਕਾ ਹੈ, ਤੁਸੀਂ ਲੰਮੇ ਪੈ ਜਾਓ, ਕੋਈ ਹੋਰ ਤੁਹਾਡੀ ਧਰਨ ਕੱਢੇ, ਉਹ ਤੁਹਾਡੀ ਰਾਈਟ ਲੈਗ ਤੇ ਲੈਫਟ ਹੱਥ, ਤੁਸੀਂ ਲੰਮੇ ਪਏ ਹੋ ਸਿੱਧੇ, ਉਹ ਤੁਹਾਡੀ ਰਾਈਟ ਲੈਗ ਨੂੰ ਇੰਜ ਤੁਹਾਡੇ ਨਾਲ ਸੀਨੇ ਨਾਲ ਲਾਏਗਾ, ਔਰ ਲੈਫਟ ਹੱਥ ਨੂੰ ਇੰਜ ਇੱਧਰ ਨੂੰ ਖਿੱਚੇਗਾ। ਇਹ ਦੇਖੋ ਆਪੋਜ਼ਿਟ ਡਾਇਰੈਕਸ਼ਨ 'ਚ ਇਸ ਤਰ੍ਹਾਂ ਉਹ ਖਿੱਚੇਗਾ, ਔਰ ਤੁਹਾਨੂੰ ਨੀਚੇੋਂ ਤੁਹਾਨੂੰ ਇੰਜ ਪੁਸ਼ ਕਰੇਗਾ ਪੈਰ ਨਾਲ ਆਪਣੇ ਨਾਲ। ਫਿਰ ਐਵੇਂ ਰਾਈਟ ਹੱਥ ਤੇ ਲੈਫਟ ਲੈਗ ਨੂੰ ਇਸ ਤਰ੍ਹਾਂ ਕਰੋ, ਫਿਰ ਉਹਨੂੰ ਪੁਸ਼ ਕਰੋ, 3-3 ਵਾਰੀ ਕਰੋ ਸੁਬਾਹ ਸ਼ਾਮ। ਇਹ ਤੁਹਾਡੀ ਪਹਿਲੇ ਦਿਨ ਹੀ ਧਰਨ ਨਿਕਲ ਜਾਏਗੀ। ਫਿਰ ਜੇ ਬਹੁਤੀ ਪੈਂਦੀ ਹੈ ਤੇ ਫਿਰ ਰੋਜ਼ ਇੱਕ ਵਾਰੀ ਕਰ ਲਿਆ ਕਰੋ, ਨਾਲ ਮੈਡੀਸਨ ਸ਼ੁਰੂ ਕਰ ਲਓ, ਤੇ ਹੈਵੀ ਚੀਜ਼ਾਂ ਚੱਕਣੀਆਂ ਬੰਦ ਕਰ ਦਿਓ। ਜੀ ਬਿਲਕੁਲ। ਦੇਖੋ, ਇੱਕ ਕੁਐਸਚਨ ਦੇ ਨਾਲ ਹੋਰ ਸਵਾਲ ਵੀ ਜਿਹੜੇ ਨਿਕਲ ਜਾਂਦੇ ਆ। ਜ਼ਰੂਰੀ ਸੀਗਾ ਸਵਾਲ ਕਰਨਾ, ਇਹ ਹਰ ਬੰਦੇ ਨੂੰ ਇਹ ਪ੍ਰੋਬਲਮ ਹੈ, ਉਹਨੂੰ ਪਤਾ ਨਹੀਂ ਲੱਗਦਾ, ਉਹਨੂੰ ਪਈ ਧਰਨ ਹੁੰਦੀ ਹੈ ਤੇ ਉਹ ਕਹਿੰਦਾ ਮੈਨੂੰ ਡਾਈਜੈਸਟਿਵ ਸਿਸਟਮ ਖਰਾਬ ਨਹੀਂ ਜੀ ਕਰਦਾ, ਜਾਂ ਉਹਨਾਂ ਨੂੰ ਇਹ ਹੈ ਕਿ ਜੋ ਖਾਦਾ ਮੇਰਾ ਬਾਹਰ ਆ ਜਾਏਗਾ, ਫੁੱਲ ਲੱਗਦਾ ਇਹਨਾਂ ਨੂੰ, ਸੋ ਇਹ ਵਾਲੇ ਦਰਦ ਵੀ ਹੁੰਦੀ ਹੈ ਸਮਟਾਈਮ ਪੇਟ 'ਚ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਉਹਨੂੰ ਪਤਾ ਹੁੰਦਾ ਨਹੀਂ। ਜਦੋਂ ਡਾਕਟਰ ਕੋਲ ਜਾਂਦਾ ਉਹ ਦਵਾਈ ਦੂਸਰੀ ਦੇ ਦਿੰਦਾ, ਧਰਨ ਦਾ ਉਹਨਾਂ ਨੂੰ ਯਕੀਨ ਨਹੀਂ ਹੈ। ਸੋ ਆ ਲੱਤਾਂ ਬਾਹਾਂ ਵੀ ਸਹੀ ਤਰ੍ਹਾਂ ਦੇ ਨਾਲ ਤੁਸੀਂ ਕਰ ਸਕਦੇ, ਇਹ ਨਾ ਹੋਵੇ ਕਿ ਤੁਸੀਂ ਕੁਝ ਹੋਰ ਹੱਥ ਪੈਰ ਹਿਲਾ ਦਿਓ। ਸੋ ਇਹ ਕਿ ਸਹੀ ਤਰੀਕਾ ਤੁਹਾਨੂੰ ਪਤਾ ਹੋਣਾ ਚਾਹੀਦਾ, ਨਹੀਂ ਤਾਂ ਡਾਕਟਰ ਸਾਹਿਬ ਨਾਲ ਕਾਲ ਕੀਤੀ ਜਾ ਸਕਦੀ ਹੈ, ਤੁਹਾਨੂੰ ਸਹੀ, ਬਿਲਕੁਲ ਸਹੀ ਐਕੂਰੇਟ ਚੀਜ਼ ਜਿਹੜੀ ਉਹ ਦੱਸ ਦੇਣਗੇ। ਡਾਕਟਰ ਸਾਹਿਬ, ਇੱਕ ਹੋਰ ਪਟਿਆਲਾ ਪੰਜਾਬ ਤੋਂ ਹੀ ਮੈਸੇਜ ਆਇਆ ਜੀ ਸਾਨੂੰ, ਕਹਿੰਦੇ ਕਿ ਮੈਂ 1 ਚਮਚ ਓਲੀਵ ਆਇਲ ਐਵਰੀਡੇ ਪੀਤਾ, ਮੇਰਾ 9 ਕਿਲੋ ਵਜਨ ਵੱਧ ਗਿਆ। ਇਹ ਦੁਨੀਆ ਦਾ ਸਭ ਤੋਂ ਵੱਡਾ ਝੂਠ ਹੈ। ਓਲੀਵ ਆਇਲ ਵਜ਼ਨ ਘਟਾਉਣ ਦੀ ਦਵਾਈ ਹੈ, ਵਧਾਉਣ ਦੀ ਨਹੀਂ। ਓਲੀਵ ਆਇਲ ਨਾਲ, ਓਲੀਵ ਆਇਲ ਚਿਕਨਾਈ ਦਾ ਤੇ ਤੋੜ ਹੈ। ਅੱਛਾ, ਤੁਹਾਡੇ ਤੋਂ ਪਹਿਲਾਂ ਮੈਂ ਸਵਾਲ ਪੁੱਛ ਲਵਾਂ, ਕੀ ਇਹ ਓਲੀਵ ਆਇਲ ਆਰਗੈਨਿਕ ਸੀ, ਐਕਸਟਰਾ ਵਰਜਨ ਸੀ? ਨਹੀਂ, ਕੋਈ ਵੀ ਹੈ, ਉਹ ਪੋਸੀਬਲ ਹੈ ਓਲੀਵ ਆਇਲ ਹੋਵੇ ਹੀ ਨਾ ਜਿਹੜਾ ਉਹਨਾਂ ਨੇ ਪੀਤਾ ਹੋਵੇ, ਉਹਦੇ 'ਚ ਵੈਜੀਟੇਬਲ ਆਇਲ ਹੋਵੇ। ਇਹਨਾਂ ਨੂੰ ਕਹੋ ਕਿ ਫ੍ਰਿਜ 'ਚ ਰੱਖ ਕੇ ਚੈੱਕ ਕਰ ਲੈਣ, ਜੇ ਜੰਮ ਗਿਆ ਤੇ ਓਲੀਵ ਆਇਲ ਨਹੀਂ ਹੈ, ਤੇ ਜੇ ਨਾ ਜੰਮਿਆ ਤੇ ਓਲੀਵ ਆਇਲ ਹੈ। ਓਕੇ, ਇਹ ਤਰੀਕਾ ਹੋ ਸਕਦਾ, ਕਈ ਵਾਰੀ ਨਹੀਂ ਵੀ ਪਤਾ ਹੁੰਦਾ ਸਾਨੂੰ। ਦੂਸਰਾ ਹੈ ਕਿ ਉਹ ਕੜਵਾ ਕਿੰਨਾ ਕੁ ਹੈ, ਜ਼ਹਿਰੀਲਾ ਕਾਫੀ, ਤੇ ਫਿਰ ਉਹ ਓਲੀਵ ਆਇਲ ਹੈ। ਤੇ ਜੇ ਅਗਰ ਉਹਦੇ ਵਿੱਚ ਵੈਜੀਟੇਬਲ ਆਇਲ ਹੋਇਆ ਤਾਂ ਉਹਦਾ ਟੇਸਟ ਮਿੱਠਾ ਜਾਏਗਾ, ਜਾਂ ਕੋਈ ਉਸ ਵੈਜੀਟੇਬਲ ਦਾ ਟੇਸਟ ਹੋਏਗਾ। ਓਲੀਵ ਆਇਲ ਕੱਲਾ ਤੇ ਲੋਕ ਵੇਚਦੇ ਹੀ ਨਹੀਂ ਨਾ, 60-70% 80% ਤੱਕ ਓਲੀਵ ਆਇਲ ਹੁੰਦਾ, ਬਾਕੀ ਕੁਛ ਨਾ ਕੁਛ ਜ਼ਰੂਰ ਹੁੰਦਾ ਉਹਦੇ 'ਚ। ਬਹੁਤ ਘੱਟ ਚਾਂਸ ਹੈ ਕਿ ਕੱਲਾ ਓਲੀਵ ਆਇਲ ਵੇਚਣ,
ਉਹ ਬੜਾ ਮਹਿੰਗਾ ਪਏਗਾ ਉਹਨਾਂ ਨੂੰ, ਮਹਿੰਗਾ ਕਾਸਟ ਕਰੇਗਾ ਤੇ ਇਸ ਲਈ ਤੁਹਾਡੇ ਕੋਲ ਮਹਿੰਗਾ ਚਾਰਜ ਕਰਨਗੇ। ਇਸੇ ਤਰ੍ਹਾਂ ਹੀ ਸਾਡੇ ਕੋਲ ਜਿਹੜੀਆਂ ਦਵਾਈਆਂ ਹੁੰਦੀਆਂ ਉਹ ਵੀ ਫਰਾਂਸ ਤੋਂ ਮੰਗਾਉਂਦੇ, ਅੱਛੀਆਂ ਤੇ ਮਹਿੰਗੀਆਂ। ਅੱਛੀ ਦਵਾਈ ਕੋਈ ਦਿੰਦਾ ਹੀ ਨਹੀਂ, ਉਹ ਮਿਕਸ ਕਰਕੇ ਪਾਣੀ 'ਚ ਜਾਂ ਗੋਲੀਆਂ ਤੇ ਮਿੱਠੀਆਂ ਤੇ ਥੋੜ੍ਹੀ ਜਿਹੀ ਪਾ ਕੇ ਦੇ ਦਿੰਦੇ। ਕਿਉਂ ਨਹੀਂ ਦਿੰਦੇ? ਕਿ ਮਹਿੰਗੀਆਂ ਪੈਂਦੀਆਂ, ਅੱਗੋਂ ਤੁਸੀਂ ਮਹਿੰਗੀਆਂ ਪੈਂਦੀਆਂ ਤੇ ਮਹਿੰਗੀਆਂ ਵੇਚੋਗੇ ਵੀ। ਫਿਰ ਜਦੋਂ ਮਹਿੰਗੀਆਂ ਵੇਚੋਗੇ ਤਾਂ ਫਿਰ ਉਹ ਲੋਕ ਸਮਝਣਗੇ ਕਿ ਬਹੁਤ ਮਹਿੰਗੇ ਡਾਕਟਰ ਆ। ਇਸੇ ਤਰ੍ਹਾਂ ਹੀ ਓਲੀਵ ਆਇਲ ਦਾ, ਅਗਰ ਤੇ ਉਹ ਮਹਿੰਗੀ ਜਗ੍ਹਾ ਤੋਂ ਲਿਆ ਤੇ ਮਹਿੰਗਾ ਤੇ ਉਹਦਾ ਟੇਸਟ ਵੀ ਕੜਵਾਹਟ 'ਚ ਉਹ ਓਲੀਵ ਆਇਲ ਆ। ਤੇ ਜਿੰਨਾ ਉਹਦੇ 'ਚ ਮਿਠਾਸ ਆ ਉਹ ਉਨਾ ਹੀ ਵੈਜੀਟੇਬਲ ਆਇਲ ਆ। ਇਹਨਾਂ ਨੇ ਅਗਰ ਵੈਜੀਟੇਬਲ ਆਇਲ ਪੀਤਾ ਤੇ ਉਹਦੇ ਨਾਲ ਵਜ਼ਨ ਵਧੇਗਾ, ਅਗਰ ਓਲੀਵ ਆਇਲ ਪੀਤਾ ਤਾਂ ਉਹਦੇ ਨਾਲ ਵਜ਼ਨ ਘਟੇਗਾ। ਕੋਲੇਸਟਰੋਲ ਘਟਾਉਣ ਦੀ ਦਵਾਈ ਹੈ। ਤੇ ਕੋਲੇਸਟਰੋਲ ਕਿਹਨੂੰ ਕਹਿੰਦੇ ਆ? ਫੈਟਸ। ਫੈਟਸ ਨਾਲੀਆਂ ਦੇ ਅੰਦਰ ਛਪ ਜਾਂਦਾ, ਉਹਨੂੰ ਕਹਿੰਦੇ ਕੋਲੇਸਟਰੋਲ। ਤੇ ਉਹਨੂੰ ਜਿਹੜੀ ਚੀਜ਼ ਐਕਸਕ੍ਰੀਟ ਕਰ ਦਿੰਦੀ ਹੈ, ਇਟ ਮੀਨਸ ਕਿ ਉਹਨੂੰ ਕੱਢ ਦਿੰਦੀ ਬਾਹਰ, ਫੈਟਸ ਨੂੰ ਕੱਢ ਦਿੰਦੀ। ਤੇ ਜਿਹੜੀ ਫੈਟਸ ਨੂੰ ਕੱਢਦੀ ਹੈ, ਫੈਟਸ ਜਦੋਂ ਬਾਹਰ ਨਿਕਲਣਗੀਆਂ ਬਾਡੀ 'ਚ, ਵਜ਼ਨ ਵਧੇਗਾ ਕਿ ਘਟੇਗਾ? ਤੇ ਜੇ ਤੁਸੀਂ ਵੈਜੀਟੇਬਲ ਆਇਲ ਲਵੋਗੇ, ਦੇਸੀ ਘਿਓ ਲਵੋਗੇ, ਹੋਰ ਚੀਜ਼ਾਂ ਲਵੋਗੇ, ਉਹਦੇ ਨਾਲ ਵਜ਼ਨ ਵਧੇਗਾ। ਤੇ ਇਹ ਅਗਰ ਆਪਣਾ ਓਲੀਵ ਆਇਲ ਚੈੱਕ ਕਰ ਲੈਣ, ਤੁਸੀਂ ਸਹੀ ਸਵਾਲ ਕੀਤਾ ਇਹਨਾਂ ਨੂੰ, ਓਲੀਵ ਆਇਲ ਆਪਣਾ ਚੈੱਕ ਕਰ ਲੈਣ, ਅਗਰ ਇਹ ਓਲੀਵ ਆਇਲ ਠੀਕ ਹੈ ਤੇ ਨਹੀਂ ਹੋ ਸਕਦਾ ਕਿ ਇਹ ਵਜ਼ਨ ਵਧਾਏ। ਕਈ ਵਾਰੀ ਡਾਕਟਰ ਸਾਹਿਬ ਪਤਾ ਨਹੀਂ ਹੁੰਦਾ ਸਾਨੂੰ, ਅਸੀਂ ਕਈ ਵਾਰੀ ਇਨਫੋਰਮੇਸ਼ਨ ਦੀ ਘਾਟ ਹੁੰਦੀ ਹੈ, ਕਿਉਂਕਿ ਇੱਕ ਵਾਰੀ ਸੁਣੇ ਤੋਂ ਅਸੀਂ ਨਹੀਂ ਸਮਝ ਪਾਉਂਦੇ। ਕਈ ਵਾਰੀ ਕਈ ਤਾਂ ਬਹੁਤ ਸ਼ਾਰਪ ਵੀ ਚਲੋ ਠੀਕ ਹੈ ਇਹ ਚੀਜ਼ ਅਸੀਂ ਕਰ ਲਈ ਹੈ, ਉਹ ਚੀਜ਼ ਐਗਜ਼ੈਕਟਲੀ ਹੋ ਜਾਂਦੀ ਹੈ। ਪਰ ਕਈ ਵਾਰੀ ਉਹ ਥੋੜੀ ਬਹੁਤ ਵੀ ਅਸੀਂ ਮਿਸਅੰਡਰਸਟੈਂਡ ਕਰ ਗਏ ਉਹ ਗੱਲ ਨੂੰ, ਤਾਂ ਉਹ ਫਿਰ ਜਾਂ ਅਸੀਂ ਨਹੀਂ ਦੇਖ ਸਕੇ ਕਿ ਸਾਡਾ ਆਇਲ ਕਿਸ ਤਰ੍ਹਾਂ ਦਾ ਹੈ, ਜਾਂ ਸਮਟਾਈਮਸ ਹੁਣ ਮਿਲਾਵਟਾਂ ਬਹੁਤ ਚੱਲ ਪਈਆਂ ਜੀ ਬਾਜ਼ਾਰਾਂ ਦੇ ਵਿੱਚ, ਬਹੁਤ ਕੁਝ ਪਿਆ, ਬੜੀ ਦੇਰ ਤੋਂ ਚੱਲੀਆਂ। ਸੋ ਉਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਕਈ ਵਾਰੀ ਤੁਹਾਡੀ ਬਾਡੀ ਦੇ ਉੱਤੇ ਸਾਈਡ ਇਫੈਕਟ ਜਿਹੜਾ ਉਹ ਕਰ ਦਿੰਦੀਆਂ ਨੇ। ਪਰ ਡਾਕਟਰ ਸਾਹਿਬ ਮਿਸ ਇਨਫੋਰਮੇਸ਼ਨ ਦੀ, ਮਿਸ ਅੰਡਰਸਟੈਂਡਿੰਗ ਦੀ ਅਸੀਂ ਗੱਲ ਕਰ ਹੀ ਰਹੇ ਹਾਂ, ਤੇ ਆਪਾਂ ਗੱਲ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਕੀਤੀ ਹੈ ਕਿ ਕਈ ਲੋਕ ਦਵਾਈ ਪੁੱਛ ਲੈਂਦੇ ਨੇ, ਦਵਾਈ ਲੈ ਵੀ ਲੈਂਦੇ ਨੇ, ਡਿਲੀਵਰ ਵੀ ਕਰ ਦਿੰਦੇ ਨੇ, ਪਰ ਕਾਰਡ ਰਿਵਰਸ ਕਰ ਲੈਂਦੇ ਨੇ। ਅਰਸ਼, ਮੈਂ ਨਾ ਐਡਾ ਪਰੇਸ਼ਾਨ ਆ ਇਹਨਾਂ ਲੋਕਾਂ ਤੋਂ ਕਿ ਇਹ ਕੀ ਚਾਹੁੰਦੇ ਨੇ ਕਿ ਇਹਦੇ ਨਾਲ ਦਵਾਈ ਦਾ ਅਸਰ ਹੋ ਜਾਏਗਾ। ਕਿਵੇਂ ਹੋ ਜਾਏਗਾ ਅਸਰ? ਤੁਹਾਡੇ ਅੰਦਰ ਬੇਈਮਾਨੀ ਹੈ ਤੇ ਤੁਹਾਡੀ ਦਵਾਈ ਅਸਰ ਕਰ ਜਾਏਗੀ। ਮੈਂ ਸ਼ਾਇਦ ਬੰਦ ਕਰ ਦਿਆਂ USA ਭੇਜਣੀ ਦਵਾਈ, UK, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਡੀਆ, ਇੱਧਰ ਉੱਧਰ ਮੈਂ ਸ਼ਾਇਦ ਬੰਦ ਕਰ ਦਿਆਂ ਦਵਾਈ ਭੇਜਣੀ। ਮੈਂ ਉਹਨਾਂ ਨੂੰ ਸਟੇਟ ਵੇ ਉਹਨਾਂ ਦੇ ਫੋਨ ਸੁਣਨਾ ਹੀ ਬੰਦ ਕਰ ਦੇਣੇ ਆ। ਮੈਂ ਬਹੁਤ ਤੰਗ ਹਾਂ ਇਹਨਾਂ ਲੋਕਾਂ ਤੋਂ। ਪਤਾ ਕੀ ਕਰਦੇ ਨੇ? ਹਰ ਮਹੀਨੇ 3-4-5 ਹਜ਼ਾਰ ਡਾਲਰ ਦਾ ਨੁਕਸਾਨ ਹੋ ਰਿਹਾ ਹਰ ਮਹੀਨੇ। ਮੈਂ ਇਤਨੇ ਕਮਾਉਂਦਾ ਹੀ ਨਹੀਂ, ਮੈਂ ਇੰਨੇ ਲੈਂਦਾ ਹੀ ਨਹੀਂ ਲੋਕਾਂ ਕੋਲੋਂ, ਤਾਂ ਮੈਂ ਉਹ ਜੇਬ 'ਚੋਂ ਕਿੱਥੋਂ ਪਾਉਂਦਾ ਰਹਾਂ? ਐਡੀ ਘਟੀਆ ਸੋਚ ਹੈ ਸਾਡੇ ਕੁਛ ਲੋਕਾਂ ਦੀ। 99% ਅੱਛੇ ਲੋਕ ਆ, 1% ਐਸੇ ਆ ਨਾ ਵਿੱਚ ਇੰਨੇ ਗੰਦੇ, ਉਹ ਸਮਝਦੇ ਕਿ ਦਵਾਈ ਲੈ ਕੇ ਖਾ ਕੇ ਤੇ ਕਾਰਡ ਰਿਵਰਸ ਕਰ ਲਾਂਗੇ ਤੇ ਦਵਾਈ ਅਸਰ ਕਰ ਜਾਏਗੀ। ਉਹ ਦਵਾਈ ਜ਼ਹਿਰ ਬਣ ਜਾਏਗੀ ਤੁਹਾਡੇ ਲਈ, ਪੋਇਜ਼ਨ ਆ, ਤੁਹਾਡੇ ਅੰਦਰ ਜਾ ਕੇ ਤੁਹਾਡੇ ਨਵਾਂ ਕੋਈ ਕੰਮ ਲਾਏਗੀ ਉਹ ਦਵਾਈ। ਹੁਣ ਬਹੁਤ ਸਾਰੇ ਲੋਕ ਆ, ਮੈਂ ਇਹ ਸੋਚਿਆ ਕਿ ਇਹਨਾਂ ਦਾ ਜਾਂ ਤਾਂ ਹੱਲ ਇਹ ਆ ਕਿ ਮੈਂ ਦਵਾਈ ਭੇਜਣੀ ਬੰਦ ਕਰ ਦਿਆਂ, ਬਿਲਕੁਲ ਸਟਾਪ ਕਰ ਦਿਆਂ। ਲੇਕਿਨ ਉਹਨਾਂ 99% ਲੋਕਾਂ ਦਾ ਕੀ ਕਸੂਰ ਹੈ? ਜਿਹੜੇ ਵਿਚਾਰੇ ਅੱਛੇ ਲੋਕ ਨੇ, ਜਿਹੜੇ ਸਾਨੂੰ ਦਵਾਈ ਦੇ ਪੈਸੇ ਵੀ ਦਿੰਦੇ ਨੇ ਔਰ ਦਵਾਈ ਵੀ ਲੈਂਦੇ ਨੇ ਔਰ ਖਾਂਦੇ ਵੀ ਨੇ ਔਰ ਦੁਆਵਾਂ ਵੀ ਦਿੰਦੇ ਨੇ ਔਰ ਠੀਕ ਵੀ ਨੇ। ਤੁਸੀਂ ਦੇਖੋ ਸ਼ੂਗਰ ਦੀ ਕਿੰਨੀ ਆਪਣੀ ਦਵਾਈ ਪਾਪੂਲਰ ਹੈ। ਫਿਰ ਮੈਂ ਸੋਚਦਾ ਕਿ ਉਹਨਾਂ ਦਾ ਕੀ ਕਸੂਰ ਹੈ ਜੇ ਮੈਂ ਬੰਦ ਕਰ ਦਿਆਂ। ਲੇਕਿਨ ਮੇਰੇ ਕੋਲੋਂ ਅਫੋਰਡ ਨਹੀਂ ਹੋ ਰਿਹਾ। ਜਦੋਂ ਇੰਨੇ ਲੋਕ ਜ਼ਿਆਦਾ ਰਿਵਰਸ ਕਰਨਗੇ ਤਾਂ ਮੈਂ ਕਿਉਂ ਭੇਜਾਂਗਾ ਦਵਾਈ? ਮੈਂ ਕੀ ਕਰਾਂਗਾ ਉਹਨੂੰ? ਮੈਨੂੰ ਕੋਈ ਸਪਾਂਸਰ ਤਾਂ ਮਿਲਦਾ ਨਹੀਂ ਓਬਵੀਅਸਲੀ, ਤੇ ਮੈਂ ਉਹਨਾਂ ਨੂੰ ਕਿਵੇਂ ਚਲਾਵਾਂਗਾ ਉਸ ਚੀਜ਼ ਨੂੰ? ਦੂਸਰਾ ਫਿਰ ਉਹਦਾ ਹੱਲ ਇਹ ਆ ਕਿ ਜਿਹਨੇ ਕਾਰਡ ਰਿਵਰਸ ਕੀਤਾ ਨਾ, ਆਪਾਂ 2 ਬੰਦਿਆਂ ਦੇ ਹਰ ਪ੍ਰੋਗਰਾਮ 'ਚ ਨਾਮ, ਫੋਨ ਨੰਬਰ ਤੇ ਉਹਨਾਂ ਦਾ ਪੂਰਾ ਐਡਰੈਸ ਬੋਲ ਦਿਆ ਕਰੀਏ, ਤਾਂ ਕਿ ਉਹਨਾਂ ਦੇ ਜਿਹੜੇ ਯਾਰ ਦੋਸਤ ਆ, ਜਿਹੜੇ ਉਹਨਾਂ ਨੂੰ ਇਮਾਨਦਾਰ ਸਮਝ ਰਹੇ ਆ ਨਾ, ਉਹ ਉਹਨਾਂ ਨੂੰ ਜਾ ਕੇ ਪੁੱਛਣ ਵੀ ਤੁਸੀਂ ਤੇ ਏਡੇ ਬੇਈਮਾਨ ਹੋ ਕਿ ਦਵਾਈ ਖਾ ਕੇ ਤੇ ਪੈਸੇ ਰਿਵਰਸ ਕਰ ਲੈਂਦੇ ਹੋ, ਤਾਂ ਤੁਸੀਂ ਸਾਡੇ ਨਾਲ ਕੀ ਇਮਾਨਦਾਰੀ ਕਰੋਗੇ? ਦੋਸਤ ਕਿਹੜਾ ਅੱਛਾ ਹੋ ਸਕਦਾ? ਜਿਹੜਾ ਅੰਦਰੋਂ ਬੇਈਮਾਨ ਹੋਵੇ। ਜਿਹੜਾ ਅੰਦਰੋਂ 2 ਨੰਬਰ ਆਦਮੀ ਹੈ ਉਹ ਤੁਹਾਡਾ ਮੇਰਾ ਦੋਸਤ ਹੋ ਸਕਦਾ? ਉਹ ਆਪਣੀ ਫੈਮਿਲੀ ਦਾ ਦੋਸਤ ਨਹੀਂ ਹੋ ਸਕਦਾ ਜਿਹੜਾ ਅੰਦਰੋਂ ਬੇਈਮਾਨ। ਤੇ ਮੇਰਾ ਖਿਆਲ ਹੈ ਮੈਂ ਅੱਜ ਦਾ ਜਿਹੜਾ ਨਾ ਤੁਹਾਨੂੰ ਕੱਢ ਕੇ, ਮੈਨੂੰ ਬਹੁਤ ਗੁੱਸਾ ਇਹਨਾਂ ਲੋਕਾਂ ਤੇ, ਬਾਕੀਆਂ ਦਾ ਨੁਕਸਾਨ ਕਰਦੇ। ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਮੈਂਟੀਕਾ 'ਚ ਰਹਿਣ ਵਾਲੇ, ਕੋਈ ਕੈਲੀਫੋਰਨੀਆ ਰਹਿਣ ਵਾਲੇ ਸੁਣ ਰਹੇ ਨੇ ਸਾਨੂੰ, ਮੈਂਟੀਕਾ, MENTECA, USA ਕੈਲੀਫੋਰਨੀਆ। ਉੱਥੇ ਇੱਕ ਬਲਬੀਰ ਕੌਰ ਜੀ ਨੇ, ਇਹਨਾਂ ਨੇ ਸਾਨੂੰ $488 ਦਾ ਨੁਕਸਾਨ ਪਹੁੰਚਾਇਆ। ਦਵਾਈ ਪਹੁੰਚ ਗਈ, ਰਿਸੀਵ ਕਰ ਲਈ, ਉਸ ਤੋਂ ਬਾਅਦ ਪੈਸੇ ਰਿਵਰਸ ਕਰ ਲਏ। ਇਹਨਾਂ ਦਾ ਐਡਰੈਸ ਹੈਗਾ ਬਲਬੀਰ ਕੌਰ ਜੀ ਦਾ, ਮੈਂਟੀਕਾ, USA ਦਾ 1483 ਪ੍ਰਾਈਮਾਵੇਰਾ ਐਵਨਿਊ 1483। ਔਰ ਇਹਨਾਂ ਦਾ ਫੋਨ ਨੰਬਰ ਹੈਗਾ 209-815-9582। ਇਹਨਾਂ ਨੂੰ ਮੈਸੇਜ ਕੀਤਾ ਕਿ ਤੁਹਾਨੂੰ ਦਵਾਈ ਰਿਸੀਵ ਹੋ ਗਈ ਤੇ ਤੁਸੀਂ ਕਿਉਂ ਪੈਸੇ ਰਿਵਰਸ ਕੀਤੇ? ਕੋਈ ਜਵਾਬ ਨਹੀਂ। ਇਹਨਾਂ ਨੂੰ ਕਾਲ ਕੀਤੀ, ਤੁਸੀਂ ਕਿਉਂ ਪੈਸੇ ਰਿਵਰਸ ਕੀਤੇ? ਕੋਈ ਜਵਾਬ ਨਹੀਂ। ਯਾਰ ਤੁਸੀਂ ਨਹੀਂ ਦਵਾਈ ਪਸੰਦ ਤੇ ਦਵਾਈ ਵਾਪਸ ਭੇਜ ਦਿਓ, ਕਿਸੇ ਹੋਰ ਗਰੀਬ ਦੇ ਕੰਮ ਆ ਜਾਏਗੀ। ਉਹ ਕੰਮ ਵੈਸੇ ਨਹੀਂ ਆਉਂਦੀ ਜਿਹੜੀ ਤੁਹਾਡੇ ਲਈ ਬਣੀ ਹੈ ਦਵਾਈ ਮਿਕਸ ਕਰਕੇ, ਉਹ ਤੁਹਾਡੇ ਹੀ ਕੰਮ ਆਣੀ, ਹੋਰ ਕਿਸੇ ਦੇ ਨਹੀਂ ਆਣੀ।
ਤੁਸੀਂ ਸ਼ੁਰੂ 'ਚ ਹੀ ਕਹਿ ਦਿਓ ਕਿ ਅਸੀਂ ਨਹੀਂ ਦਵਾਈ ਲੈਣੀ, ਕਿਉਂ ਟਾਈਮ ਵੇਸਟ ਕਰਦੇ ਹੋ? ਹੁਣ ਇਹ ਬਲਬੀਰ ਕੌਰ ਜੀ ਨੂੰ ਜਾ ਕੇ ਇਹਦੇ ਰਿਸ਼ਤੇਦਾਰ, ਇਹਦੇ ਫਰੈਂਡਸ ਪੁੱਛਣ ਜਾ ਕੇ ਕਿ ਤੂੰ ਇੰਨੀ ਛੋਟੀ ਜੀ $400 ਬਦਲੇ ਬੇਈਮਾਨੀ ਕੀਤੀ ਹੈ ਤੇ ਤੂੰ ਅੱਗੇ ਜ਼ਿੰਦਗੀ 'ਚ ਕੀ ਕਰੇਂਗੀ, ਇਸ ਦਵਾਈ ਤੋਂ ਕੀ ਫਾਇਦਾ ਲਏਂਗੀ? ਦੂਸਰਾ ਸੁਣ ਲਓ, ਦੂਸਰੇ ਹੈਗੇ ਨੇ ਗੁਰਬਖਸ਼ ਕੌਰ, ਦੇਖ ਲਓ ਕੋਰਾਂ ਹੀ ਕਰ ਰਹੀਆਂ ਨੇ ਤੁਹਾਡੀ ਕਮਿਊਨਿਟੀ। ਇਹ ਵੂਮਨ ਨੂੰ ਸਮਝਾਓ ਤੁਸੀਂ। ਮਤਲਬ ਇੱਥੇ ਅਸੀਂ ਕੁਝ ਕਰ ਨਹੀਂ ਸਕਦੇ, ਪਰ ਹਾਂ ਇਹ ਜਿਹੜੇ ਥੋੜੇ ਜਿਹੇ ਲੋਕ ਨੇ ਉਹ ਕਮਿਊਨਿਟੀ ਦੇ ਨਾਮ ਨੂੰ ਕਿਸ ਤਰ੍ਹਾਂ ਦੇ ਨਾਲ ਲੈ ਕੇ ਜਾ ਰਹੇ ਨੇ। ਕਮਿਊਨਿਟੀ ਦੀ ਨਹੀਂ ਗੱਲ ਕਰ ਰਿਹਾ ਮੈਂ, ਔਰਤਾਂ ਦੀ ਗੱਲ ਕਰ ਰਿਹਾ। ਬਹੁਤੀਆਂ ਔਰਤਾਂ ਨੇ ਜਿਹੜੀਆਂ ਰਿਵਰਸ ਕਰ ਰਹੀਆਂ। ਬਾਕੀ ਕਮਿਊਨਿਟੀ ਤੁਸੀਂ ਦੇਖੋ ਕਿ ਨਾਮ ਤੋਂ ਪਤਾ ਲੱਗ ਜਾਂਦਾ ਸਾਨੂੰ, ਚਾਹੇ ਉਹ ਕਮਿਊਨਿਟੀ ਹੈ, ਚਾਹੇ ਔਰਤ ਹੈ, ਚਾਹੇ ਉਹ ਮਰਦ ਹੈ। ਅਜਿਹਾ ਕੰਮ ਸਾਨੂੰ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ, ਕਿਉਂਕਿ ਕਿਸੇ ਦਾ ਨੁਕਸਾਨ ਕਰਕੇ ਅਸੀਂ ਆਪਣਾ ਵੀ ਭਲਾ ਜਿਹੜਾ ਉਹ ਨਹੀਂ ਕਰ ਪਾਵਾਂਗੇ। ਡਾਕਟਰ ਸਾਹਿਬ ਆਪਾਂ ਨਾਮ ਜ਼ਰੂਰ ਜਿਹੜਾ ਉਹ ਅਨਾਉਂਸ ਕਰ ਦਿੱਤਾ, ਮੈਨੂੰ ਲੱਗਦਾ ਸਬਕ ਦੂਸਰਾ ਗੁਰਬਖਸ਼ ਕੌਰ ਜੀ ਦਾ ਜੀ, ਇਹ ਹੈਗੇ ਨੇ ਡੈਲਵੇਅਰ USA। ਇਹਨਾਂ ਦਾ ਐਡਰੈਸ ਹੈ 25 ਵਾਈਂਡਿੰਗ ਰੋਡ, ਨਿਊਯਾਰਕ, ਡੈਲਵੇਅਰ। ਔਰ ਇਹਨਾਂ ਦਾ ਫੋਨ ਨੰਬਰ ਹੈਗਾ 6104964598। ਇਹਨਾਂ ਨੇ ਵੀ ਪੈਸੇ ਰਿਵਰਸ ਕਰ ਲਏ ਜਦੋਂ ਇਹਨਾਂ ਨੂੰ ਮੈਡੀਸਨ ਰਿਸੀਵ ਹੋ ਗਈ। ਰਿਸੀਵ ਹੁੰਦਿਆਂ ਹੀ ਇਹਨਾਂ ਨੇ ਬੈਂਕ ਨੂੰ ਫੋਨ ਕਰਤਾ ਕਿ ਸਾਡਾ ਕਾਰਡ ਕਿਸੇ ਨੇ ਚਾਰਜ ਕਰ ਲਿਆ। ਹੁਣ ਮੈਂ ਅਗਰ ਚਾਹਾਂ ਨਾ ਤੇ ਮੈਂ ਇਹਨਾਂ ਦੀ ਬੈਂਕ ਨੂੰ ਇਹਨਾਂ ਦੀ ਕਨਵਰਸੇਸ਼ਨ ਦੀ ਰਿਕਾਰਡਿੰਗ ਪਲੱਸ ਇਹਨਾਂ ਦਾ ਉਹ ਸਾਰੀ ਡਿਟੇਲ ਜਿਹੜੀ ਮੇਰੇ ਕੋਲ, ਇਹਨਾਂ ਦਾ ਪੇਪਰ, ਇਹਨਾਂ ਨੂੰ ਸ਼ਿਪਿੰਗ ਦਾ ਜਿਹੜੀ ਰਸੀਟ ਹੈ ਸਾਡੇ ਕੋਲੇ, ਮੈਡੀਸਨ ਦੀ ਪਿਕਚਰਸ ਹੈ ਸਾਡੇ ਕੋਲੇ, ਸਾਰਾ ਕੁਝ ਹੁੰਦਾ। ਤੁਹਾਨੂੰ ਪਤਾ ਐਡਰੈਸ ਹੈ। ਫਿਰ ਇਹਨਾਂ ਨੇ ਫੋਨ 'ਚ ਆਪ ਕ੍ਰੈਡਿਟ ਕਾਰਡ ਲਿਖਾਇਆ, ਉਹ ਮੈਂ ਇਹਨਾਂ ਦੀ ਬੈਂਕ ਨੂੰ ਭੇਜਦਾ ਤੇ ਇਹਨਾਂ ਦੇ ਕ੍ਰੈਡਿਟ ਕੰਪਨੀ ਨੂੰ ਭੇਜਦਾ। ਇਹਨਾਂ ਦੇ ਕ੍ਰੈਡਿਟ ਤੇ ਵੀ ਪੈ ਜਾਏਗੀ ਔਰ ਇਹਨਾਂ ਦੀ ਬੈਂਕ ਇਹਨਾਂ ਦਾ ਕ੍ਰੈਡਿਟ ਕਾਰਡ ਵੀ ਸ਼ਾਇਦ ਬਲੌਕ ਕਰ ਦੇ। ਬਿਲਕੁਲ। ਸੋ ਇਦਾਂ ਦੀਆਂ ਛੋਟੀਆਂ ਚੀਜ਼ਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ। ਛੋਟੇ ਫਰਾਡ ਕਰਕੇ ਅਸੀਂ ਕਿੱਥੇ ਜਾਣਾ ਹੈਗਾ। ਸੋ ਇਸ ਤਰ੍ਹਾਂ ਦਾ ਜਿਹੜਾ ਨਹੀਂ ਕਰਨਾ ਚਾਹੀਦਾ। ਮੈਨੂੰ ਲੱਗਦਾ ਡਾਕਟਰ ਸਾਹਿਬ ਅਸੀਂ ਪਿਛਲੇ ਲੰਮੇ ਸਮੇਂ ਤੋਂ ਗੱਲ ਕਰ ਰਹੇ ਹਾਂ ਤੇ ਅੱਜ ਮੈਨੂੰ ਲੱਗਦਾ ਕਹਿੰਦੇ ਅੱਖ ਚੱਬ ਕੇ ਸਾਨੂੰ ਅੱਜ ਅਨਾਉਂਸ ਜਿਹੜਾ ਤੁਹਾਨੂੰ ਕਰਨਾ ਪਿਆ। 1.5-2 ਸਾਲ ਹੋ ਗਏ ਇਸ ਤਰ੍ਹਾਂ ਹੋ ਰਿਹਾ ਸੀ, ਥੋੜਾ ਹੋ ਰਿਹਾ ਸੀ। ਹੁਣ ਮੇਰੀ ਪਹੁੰਚ ਤੋਂ ਬਾਹਰ ਹੋ ਗਿਆ। ਜਾਂ ਤੇ ਮੈਂ ਫੀਸ ਫਿਰ ਵਾਪਸ 500 ਕਰ ਦਿਆਂ। ਮੈਂ ਜਿਹੜੀ ਫੀਸ ਘਟਾਈ ਹੈ ਰੱਬ ਤੋਂ ਡਰ ਕੇ ਕਿ ਮੈਂ ਇੰਨੇ ਕੁ ਪੈਸੇ ਲੈਣਾ ਸਿਰਫ ਖਰਚਾ ਪੂਰਾ ਕਰਨ ਲਈ ਕਲੀਨਿਕ ਦੇ, ਤੇ ਉਹ ਇਸੇ ਤੋਂ ਹੀ ਘਟਾਈ ਸੀ ਨਾ ਕਿ ਮੈਂ ਕਹਿੰਦਾ ਕਿ ਯਾਰ ਲੋਕਾਂ ਤੋਂ ਉਨੇ ਕੁ ਪੈਸੇ ਲਓ ਜਿੰਨੇ ਕੁ ਪੂਰੇ ਤੁਹਾਡੇ ਲੋੜਦੇ ਆ, ਤੁਹਾਨੂੰ ਜ਼ਰੂਰਤ, ਜਿੰਨੇ ਕੁ ਤੁਹਾਡੇ ਦਵਾਈਆਂ ਦੇ ਖਰਚੇ ਆ ਜਾਂ ਕਲੀਨਿਕ ਦਾ ਖਰਚਾ ਜਾਂ EMPLOYEES ਦਾ ਖਰਚਾ। EMPLOYEES ਵੀ ਘਟਾ ਦੇ, ਕਿਤੇ 8 EMPLOYEES ਸੀ, ਕਿਤੇ ਹੁਣ 2 ਕਰ ਦਿੱਤੇ, 3 ਕਰ ਦਿੱਤੇ। ਤੇ ਉਹ ਸਾਰੇ ਕੰਮ ਮੈਂ ਆਪ ਕਰਦਾ। ਮੈਂ ਆਪਣੇ ਆਪ ਤੇ ਮੁਸ਼ਕਲ ਪਾਈ ਹੋਈ ਹੈ ਸਿਰਫ ਤੁਹਾਡੇ ਤੋਂ ਘੱਟ ਪੈਸੇ ਲੈਣ ਲਈ। ਫਿਰ ਮੈਂ ਲੋਕਾਂ ਨੂੰ ਦੱਸਦਾ ਕਿ ਫਲਾਨੀ ਦਵਾਈ ਫਲਾਨੀ ਜਗ੍ਹਾ ਤੋਂ ਮੰਗਾ ਲਓ, ਉੱਥੋਂ ਇੰਨੀ ਸਸਤੀ ਮਿਲੇਗੀ, ਉਹ ਤੁਸੀਂ ਲੈ ਲਓ, ਫਲਾਨੀ ਜਗ੍ਹਾ ਤੋਂ ਲੈ ਲਓ, ਉਹ ਸਸਤੀ ਮਿਲੇਗੀ। ਮੈਂ ਤੇ ਲੱਭਦਾ ਉਹਨਾਂ ਲਈ ਕਿ ਕਿੱਥੋਂ ਪੈਸੇ ਬਚਾਵਾਂ। ਤੁਹਾਡੇ ਕੋਲ ਅਗਰ ਨਹੀਂ ਹੈਗੇ ਤੁਸੀਂ ਮੈਨੂੰ ਡਾਇਰੈਕਟ ਫੋਨ ਕਰੋ, ਡਾਕਟਰ ਸਾਹਿਬ ਮੈਂ ਗਰੀਬ ਹਾਂ, ਮੇਰੇ ਕੋਲ ਨਹੀਂ ਹੈਗੇ। ਬੇਈਮਾਨੀ ਕਿਉਂ ਕਰਦੇ? ਬਿਲਕੁਲ, ਮੈਂ ਤੇ ਪੜਾ ਥੱਕ ਗਿਆ ਕਿ ਬੇਈਮਾਨੀ ਨਾਲ ਕਿਤੇ ਨਹੀਂ ਪਹੁੰਚ ਸਕਦੇ ਤੁਸੀਂ। ਬਿਲਕੁਲ ਜੀ। ਸੋ ਡਾਕਟਰ ਸਾਹਿਬ ਇਹ ਮਤਲਬ ਕਹਿ ਸਕਦੇ ਆ ਕਿ ਨਮੋਸ਼ੀ ਭਰਿਆ ਕੰਮ ਆ ਜਿਹੜਾ ਲੋਕ ਕਰਦੇ ਨੇ ਤੇ ਮੈਨੂੰ ਲੱਗਦਾ ਅਗਲੇ ਐਪੀਸੋਡ 'ਚ ਅਨਾਉਂਸ ਕਰਨ ਦੀ ਲੋੜ ਹੀ ਨਹੀਂ ਪੈਣੀ। ਲੋਕਾਂ ਨੇ ਸਮਝਦਾਰ ਹੋ ਜਾਣਾ, ਅੱਲਾ ਕਰੇ ਹੋ ਜਾਣਾ। ਹਾਂਜੀ, ਮਤਲਬ ਸਮਝਦਾਰ ਹੋਣਾ ਵੀ ਚਾਹੀਦਾ। ਡਾਕਟਰ ਸਾਹਿਬ ਆਪਣੇ ਕੋਲੇ ਲਾਸਟ 2 ਮਿੰਟ ਹੈ, ਇੱਕ ਸਵਾਲ ਕਰ ਲਈਏ। ਅੱਜ ਮੈਂ ਚੰਗੀ ਗੱਲ ਨਾ ਕੋਈ ਜ਼ਰਾ ਵਾਵਾ ਸਾਰੀ ਕਰਦੇ ਆ। ਮੈਂ ਡਾਕਟਰ ਘੱਟ ਤੇ ਮੇਰੇ ਅੰਦਰ ਨਾ ਇੱਕ ਫਕੀਰ ਜ਼ਿਆਦਾ ਹੈ ਜੀ। ਬਿਲਕੁਲ। ਸੋ ਬਾਹਰ ਆਉਣ ਨੂੰ ਉਹਦਾ ਦਿਲ ਕਰਦਾ ਰਹਿੰਦਾ। ਅੱਜ ਮੈਨੂੰ ਲੱਗਦਾ ਸਾਨੂੰ ਇੱਕ ਧਰਨ ਦੀ ਗੱਲ ਜਿਹੜੀ ਉਹ ਜ਼ਰੂਰ ਪਤਾ ਲੱਗ ਗਈ ਹੈ ਕਿ ਇਹ ਚੀਜ਼ਾਂ ਕਰ ਸਕਦੇ ਆ। ਧਰਨ ਜੇ ਕਿਸੇ ਦੇ ਹੈਗੀ ਹੈ ਤਾਂ ਉਹਦੇ ਨਾਲ ਕਰ ਸਕਦੇ ਹੈਗੇ ਆ ਤੇ ਹੋਰ olive oil ਦਾ ਕੋਈ ਨੁਕਸਾਨ ਨਹੀਂ ਹੈਗਾ। ਡਾਕਟਰ ਸਾਹਿਬ ਬਹੁਤ ਸਾਰੇ ਸਵਾਲ ਆਉਂਦੇ ਰਹਿਣਗੇ, ਆਉਣ ਵਾਲੇ ਪ੍ਰੋਗਰਾਮਾਂ 'ਚ ਆਪਾਂ ਡਿਸਕਸ ਜਿਹੜਾ ਉਹ ਕਰਦੇ ਰਵਾਂਗੇ। ਪਰ ਜਿਵੇਂ ਤੁਸੀਂ ਕਿਹਾ ਕਿ ਚੰਗੀ ਗੱਲ ਜਿਹੜੀ ਅੱਜ ਦੱਸੀ ਜਾਵੇ, ਸੋ ਚੰਗੀ ਗੱਲ ਇੱਕ ਤਾਂ ਇਹ ਕਿ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇ ਕਿਸੇ ਦਾ ਨੁਕਸਾਨ ਕਰਦੇ ਆ ਤੇ ਨੁਕਸਾਨ ਤੁਸੀਂ ਖੁਦ ਦਾ ਕਰ ਰਹੇ ਆ, ਕਿਸੇ ਹੋਰ ਦਾ ਨਹੀਂ ਕਰ ਰਹੇ। ਸੋ ਕੀ ਕਹਿਣਾ ਚਾਹੋਗੇ? ਮੈਂ ਇਹੀ ਤੇ ਸਮਝਾਦਾ ਰਹਿਣਾ ਕਿ ਜਦੋਂ ਤੁਸੀਂ ਕਿਸੇ ਦੇ ਅੱਗੇ ਵੱਟਾ ਰੱਖਦੇ ਹੋ ਨਾ ਤੇ ਉਹਦੇ ਅੱਗੇ ਤਾਂ ਇੱਕ ਵੱਟਾ ਰੱਖਿਆ ਨਾ ਤੁਸੀਂ, ਸ਼ਾਇਦ ਉਹਨੂੰ ਰੱਬ ਬਚਾ ਲਵੇ ਉਸ ਵੱਟੇ ਤੋਂ, ਬਲਕਿ ਬਚਾ ਲੇਗਾ। ਤੁਹਾਡੇ ਅੱਗੇ ਵੱਡਾ ਪੱਥਰ ਆ ਜਾਣਾ ਕਿਸੇ ਦੇ, ਤੁਹਾਨੂੰ ਫਿਰ ਕਿਸੇ ਨੇ ਬਚਾਉਣ ਵਾਲਾ ਨਹੀਂ ਹੋਣਾ ਕਿਉਂਕਿ ਉਹ ਪੱਥਰ ਰੱਬ ਨੇ ਰੱਖਿਆ ਹੋਣਾ। ਤੁਸੀਂ ਕਿਸੇ ਦੇ ਅੱਗੇ ਟੋਇਆ ਖੱਟਦੇ ਹੋ ਨਾ, ਤੁਹਾਡੇ ਅੱਗੇ ਖੂਹ ਆਉਣਾ ਹੈ ਇੱਕ ਦਿਨ। ਟੋਏ 'ਚੋਂ ਤਾਂ ਬੰਦਾ ਬਾਹਰ ਨਿਕਲ ਆਉਂਦਾ, ਖੂਹ 'ਚੋਂ ਬਾਹਰ ਨਹੀਂ ਨਿਕਲ ਸਕਣਾ ਤੁਸੀਂ। ਔਰ ਉਹ ਰੱਬ ਦਾ ਰੱਖਿਆ ਹੋਣਾ ਖੂਹ, ਕਿਸੇ ਬੰਦੇ ਦਾ ਰੱਖਿਆ ਨਹੀਂ ਹੋਣਾ ਜਿਸ 'ਚੋਂ ਬਾਹਰ ਆ ਜਾਓਗੇ। ਤੇ ਕਿਸੇ ਦਾ ਨੁਕਸਾਨ ਕਰੋਗੇ ਜ਼ਿੰਦਗੀ 'ਚ, ਤੁਸੀਂ ਸਮਝੋ ਕਿ ਮੈਂ ਕਿਸੇ ਦਾ ਨੁਕਸਾਨ ਕਰਕੇ ਆਪਣਾ ਭਲਾ ਕਰ ਲਾਂਗਾ, ਇਹ ਪੋਸੀਬਲ ਨਹੀਂ ਹੈਗਾ ਦੁਨੀਆ ਤੇ। ਆਖਰਤ 'ਚ ਵੀ, ਅੱਗੇ ਵੀ ਤੇ ਇੱਥੇ ਵੀ ਇਹ ਨਜ਼ਰ ਆ ਜਾਂਦਾ, ਔਲਾਦ 'ਚ ਨਜ਼ਰ ਆ ਜਾਂਦਾ। ਮੈਨੂੰ ਇੱਕ ਬੰਦਾ ਮਿਲਿਆ ਮਲਟੀ ਮਿਲੀਅਨਰ, ਮਿਲੀਅਨਸ ਉਹਦੇ ਕੋਲ ਆ, ਹਰ ਮਹੀਨੇ ਉਹਨੂੰ ਸ਼ਾਇਦ 1 ਮਿਲੀਅਨ ਦੀ ਇਨਕਮ ਆ, ਇੰਨਾ ਅਮੀਰ ਆ। ਉਹਦੀ ਉਮਰ ਹੋਣੀ ਆ 32-33 ਸਾਲ। ਮੈਂ ਉਹਨੂੰ ਜਦੋਂ ਫੋਨ ਕਰਨਾ, ਡਾਕਟਰ ਸਾਹਿਬ ਸਾਰੀ ਰਾਤ ਐਮਰਜੈਂਸੀ ਬੈਠੇ ਰਹੇ, ਬੱਚਾ ਬਿਮਾਰ ਸੀਗਾ, ਫਲਾਨਾ ਸੀ, ਇੰਝ ਸੀ, ਉਂਝ ਸੀ, ਅੱਬਾ ਜੀ ਬਿਮਾਰ ਹੋ ਗਏ, ਫਾਦਰ ਬਿਮਾਰ ਹੋ ਗਿਆ, ਬੀਵੀ ਨੂੰ ਇਹ ਹੋ ਗਿਆ, ਮੇਰੀ ਮਦਰ ਇਨ ਲਾ ਨੂੰ ਇਹ ਹੋ ਗਿਆ। ਹਰ ਵੀਕ 'ਚ
ਉਹ 2-3 ਦਿਨ ਐਮਰਜੈਂਸੀ ਰਾਤ ਨੂੰ ਰੋਜ਼ 8, ਤੁਹਾਨੂੰ ਪਤਾ ਇੱਥੇ ਐਮਰਜੈਂਸੀ 9-10 ਘੰਟੇ ਬਿਠਾਈ ਰੱਖਦੇ ਨੇ। ਮੈਂ ਉਹਨੂੰ ਕਿਹਾ ਯਾਰ ਤੂੰ ਗੌਰ ਕਰ, ਮੈਂ ਉਹਦਾ ਨਾਂ ਨਹੀਂ ਹੁਣ ਲੈਣਾ ਇੱਥੇ, ਮੈਂ ਉਹਨੂੰ ਕਿਹਾ ਤੂੰ ਗੌਰ ਕਰ, ਤੇਰੇ ਪੈਸਿਆਂ 'ਚ ਬੇਈਮਾਨੀ ਦੇ ਪੈਸੇ ਤਾਂ ਨਹੀਂ ਸ਼ਾਮਲ ਹੋਏ, ਡੈਫੀਨੇਟ ਹੋਏ ਹੋਏ ਆ ਜਿਹੜੇ ਤੇਰੀ ਔਲਾਦ 'ਚੋਂ ਨਿਕਲ ਰਹੇ, ਤੈਨੂੰ ਪਰੇਸ਼ਾਨੀ ਦੇ ਕੇ ਰੱਬ ਕੱਢ ਰਿਹਾ। ਝੂਠ ਦੇ, ਬੇਈਮਾਨੀ ਦੇ, ਫਰਾਡ ਦੇ ਪੈਸੇ ਸ਼ਾਮਲ ਕਰਕੇ ਤੁਸੀਂ ਆਪਣੇ ਆਪ 'ਚ ਤੁਸੀਂ ਸਮਝਦੇ ਹੋ ਕਿ ਮੈਂ ਮਹਾਨ ਹੋ ਜਾਵਾਂਗਾ, ਤੁਸੀਂ ਥੱਲੇ ਨੂੰ ਜਾਓਗੇ, ਜ਼ਮੀਨ ਦੇ ਅੰਦਰ ਵੜੋਗੇ। ਤੇ ਅਹਿਸਾਸ ਕਰਨ ਵਾਲਾ, ਕਿਸੇ ਦੂਸਰੇ ਦਾ ਅਹਿਸਾਸ ਕਰਨ ਵਾਲਾ ਤੇ ਦੂਸਰੇ ਤੇ ਅਹਿਸਾਨ ਕਰਨ ਵਾਲਾ ਕਦੇ ਗਰੀਬ ਨਹੀਂ ਹੋ ਸਕਦਾ। ਤੁਸੀਂ ਹਿਸਟਰੀ ਪੂਰੀ 'ਚੋਂ ਮੈਨੂੰ ਲੱਭ ਕੇ ਦਿਖਾ ਦਿਓ ਕੋਈ ਬੰਦਾ ਗਰੀਬ ਜਿਹਨੇ ਸਾਰੀ ਉਮਰ ਦੂਸਰੇ ਦਾ ਅਹਿਸਾਸ ਕੀਤਾ ਹੋਵੇ ਤੇ ਦੂਸਰੇ ਤੇ ਅਹਿਸਾਨ ਕੀਤੇ ਹੋਣ। ਜਦੋਂ ਉਹਦੇ ਅਹਿਸਾਨ ਤੇ ਅਹਿਸਾਸ ਲੋਕਾਂ ਨੇ ਕੀਤੇ ਹੋਏ ਵੱਧ ਜਾਂਦੇ ਨਾ, ਤੇ ਰੱਬ ਬੜੀ ਸ਼ਰਮ ਵਾਲਾ, ਉਹਨੂੰ ਸ਼ਰਮ ਆਉਂਦੀ ਹੈ, ਉਹ ਫਿਰ ਉਹਦੇ ਤੇ ਅਹਿਸਾਨ ਕਰਦਾ ਤੇ ਉਹਦਾ ਅਹਿਸਾਸ ਕਰਦਾ। ਤੇ ਕਿਸੇ ਤੇ ਤੁਸੀਂ ਅਗਰ ਕਰਨਾ ਹੀ ਚਾਹੁੰਦੇ ਹੋ ਤੇ ਬਜਾਏ ਉਹਦੇ ਨਾਲ ਬੁਰਾ ਕਰਨ ਦੇ ਉਹਦਾ ਅਹਿਸਾਸ ਕਰੋ, ਉਹਨੂੰ ਫਾਇਦਾ ਪਹੁੰਚਾਓ, ਭਾਵੇਂ 1 ਟਕੇ ਦਾ ਪਹੁੰਚਾ ਦਿਓ, ਭਾਵੇਂ ਇੱਕ ਮਿੱਠੀ ਗੱਲ ਕਰਕੇ ਪਹੁੰਚਾ ਦਿਓ, ਭਾਵੇਂ ਇੱਕ ਹੱਸ ਕੇ ਸਮਾਈਲ ਦੇ ਕੇ ਪਹੁੰਚਾ ਦਿਓ। ਅਗਲੇ ਬੰਦੇ ਦਾ ਅਹਿਸਾਸ ਕਰੋ ਤੇ ਉਹਦੇ ਤੇ ਅਹਿਸਾਨ ਚੜਾਓ। ਦੋਸਤਾਂ ਨੂੰ ਕਹਿੰਦੇ ਨੇ ਖਰੀਦਣ ਦਾ ਵਕਤ ਉਹ ਹੁੰਦਾ ਜਦੋਂ ਮੁਸ਼ਕਲ 'ਚ ਹੋਣ, ਉਹਨਾਂ ਤੇ ਅਹਿਸਾਨ ਚੜਾ ਦਿਓ, ਉਹਨਾਂ ਦੀ ਮੁਸ਼ਕਲ ਦੂਰ ਕਰਕੇ, ਉਹਨਾਂ ਦਾ ਜਿੰਨਾ ਕੁ ਤੁਸੀਂ ਦੂਰ ਕਰ ਸਕਦੇ ਹੋ ਕਰ ਦਿਓ, ਉਹਨਾਂ ਨੂੰ ਤੁਸੀਂ ਖਰੀਦ ਲੈਂਦੇ ਹੋ। ਜਿਹੜਾ ਕੋਈ ਬੰਦੇ ਦਾ ਪੁੱਤਰ ਆ ਉਹ ਫਿਰ ਮਰਨ ਤੱਕ ਨਹੀਂ ਭੁੱਲਦਾ, ਉਹ ਆਪਣੀ ਔਲਾਦ ਨੂੰ ਵੀ ਦੱਸ ਕੇ ਜਾਂਦਾ ਕਿ ਮੇਰੇ ਤੇ ਇਹਨੇ ਅਹਿਸਾਨ ਕੀਤਾ ਸੀ, ਇਹਨੂੰ ਯਾਦ ਰੱਖਣਾ, ਆਪਣੇ ਚਾਚੇ ਨੂੰ, ਇਹਦੀ ਔਲਾਦ ਨੂੰ ਵੀ ਯਾਦ ਰੱਖਣਾ। ਤੇ ਇਸ ਲਈ ਪਲੀਜ਼ ਇਹ ਛੋਟੀਆਂ ਬੇਈਮਾਨੀਆਂ ਜਿਹੜੀਆਂ ਨਾ, ਇਹ ਤੁਹਾਡੇ ਖੂਨ ਦਾ ਪਤਾ ਦੱਸਦੀਆਂ, ਤੁਹਾਡਾ ਖੂਨ 'ਚ ਖਰਾਬੀ ਹੈ, ਤੁਹਾਡੇ ਪਿੱਛੇ ਰਿਵਰਸ ਜਾਓਗੇ ਤੁਸੀਂ ਚੈੱਕ ਕਰੋਗੇ ਤੁਹਾਡੇ ਖੂਨ 'ਚ ਪ੍ਰੋਬਲਮ ਆ। ਜਿਹੜਾ ਇਮਾਨਦਾਰ ਬੰਦਾ ਹੁੰਦਾ ਉਹ ਕਦੇ ਬੇਈਮਾਨੀ ਨਹੀਂ ਕਰਦਾ, ਉਹ ਕਦੇ ਆਪਣੇ ਮਾਂ ਪਿਓ ਤੇ ਉਹ ਵੱਟਾ ਨਹੀਂ ਲਵਾਉਂਦਾ। ਜਿਹਨੂੰ ਆਪਾਂ ਕਹਿੰਦੇ ਕਿੱਡਾ ਸੋਹਣਾ ਬੰਦਾ, ਕਿੱਡੀ ਸੋਹਣੀ ਚੰਗੀ ਮਾਂ ਦਾ ਪੁੱਤ, ਕਹਿੰਦੇ ਨਾ ਆਪਾਂ ਕਿੰਨੀ ਚੰਗੀ ਮਾਂ ਦਾ ਪੁੱਤ ਆ, ਉਹਦੀ ਮਾਂ ਨੂੰ ਦੁਆ ਗਈ। ਤੇ ਜਿਹੜਾ ਕੋਈ ਬੇਈਮਾਨੀ ਝੂਠ ਬੋਲੇਗਾ ਉਹਦਾ ਕੀ ਕਹਾਂਗੇ, ਗੰਦੇ ਮਾਂ ਪਿਓ ਦਾ ਪੁੱਤ। ਸੋ ਕਿਸੇ ਦੇ ਮਾਂ ਪਿਓ ਨੂੰ ਇਸ ਤਰ੍ਹਾਂ ਦਾ ਜਿਹੜਾ ਨਾਂ ਲਾਂਭਾ ਜਾਵੇ, ਸੋ ਚੰਗੇ ਕੰਮ ਕਰੀਏ। ਅਸੀਂ ਕਹਿੰਦੇ ਹੁੰਦੇ ਨੇ ਕਿ ਸਵਰਗ ਤੇ ਨਰਕ ਕਿਸੇ ਨੇ ਨਹੀਂ ਦੇਖਿਆ ਕਿ ਸਵਰਗ ਕੀ ਹੈ, ਨਰਕ ਕੀ ਹੈ, ਇੱਥੇ ਹੀ ਹੈ। ਸੋ ਤੁਸੀਂ ਹਮੇਸ਼ਾ ਸਾਨੂੰ ਚੰਗੀਆਂ ਗੱਲਾਂ ਵੀ ਦੱਸਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਫਿਰ ਮੁਲਾਕਾਤ ਹੋਵੇਗੀ। ਥੈਂਕ ਯੂ ਅਰਸ਼, ਥੈਂਕ ਯੂ, ਟੇਕ ਕੇਅਰ। ਸੋ ਡਾਕਟਰ ਮੁਰਤਜ਼ਾ ਦੇ ਨਾਲ ਗੱਲਬਾਤ ਹੋਈ ਹੈ, ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ, ਬਹੁਤ ਸਾਰੀਆਂ ਚੰਗੀਆਂ ਗੱਲਾਂ ਦੱਸੀਆਂ। ਨੇਕੀ ਕਰ ਦਰਿਆ ਮੇਂ ਡਾਲ, ਅਸੀਂ ਸ਼ੁਰੂ ਤੋਂ ਸੁਣਦੇ ਆ ਰਹੇ ਹਾਂ, ਨੇਕੀ ਕਰਨੀ ਚਾਹੀਦੀ ਹੈ ਤੇ ਨੇਕੀ ਦੇ ਉੱਤੇ ਨੇਕੀ ਦੀ ਜਿੱਤ ਜਿਹੜੀ ਆ ਉਹ ਹਮੇਸ਼ਾ ਹੀ ਹੁੰਦੀ ਹੈ। ਸੋ ਅਸੀਂ ਹਮੇਸ਼ਾ ਜਿੱਤਣ ਦੇ ਵੱਲ ਜਾਈਏ, ਅਸੀਂ ਹਮੇਸ਼ਾ ਉਸ ਕੰਮ ਦੇ ਵੱਲ ਜਾਈਏ ਜਿਹਦੇ ਨਾਲ ਸਾਡਾ ਤੇ ਸਾਡੇ ਸਾਰੇ ਕਮਿਊਨਿਟੀ ਦਾ, ਸਾਡੇ ਆਪਣਿਆਂ ਦਾ ਭਲਾ ਹੋਵੇ। ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ।